ਜਿਹੜਾ 26 ਜਨਵਰੀ ਨੂੰ ਸਾਲ ਹੋਣ ਜਾ ਰਿਹਾ, ਜਿਹੜਾ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਦਿੱਲੀ ਬਾਰਡਰਾਂ 'ਤੇ ਬਹਿ ਕੇ, ਅਤੇ ਜਿਹੜੀ ਭਾਰਤ ਦੀ ਹਕੂਮਤ ਆ, ਭਾਰਤ ਦੀ ਸਰਕਾਰ ਆ, ਮੋਦੀ ਅਤੇ ਅਮਿਤ ਸ਼ਾਹ, ਇਹ ਗੱਲ ਸੁਣਨ ਨੂੰ ਕਿਸਾਨਾਂ ਦੀ ਤਿਆਰ ਨਹੀਂ। 700 ਤੋਂ ਵੱਧ ਸ਼ਹੀਦੀਆਂ ਹੋ ਜਾਣੀਆਂ ਉੱਥੇ ਦਿੱਲੀ ਬਾਰਡਰਾਂ 'ਤੇ, ਉਹਨਾਂ ਬਾਰੇ ਇੱਕ ਸ਼ਬਦ ਨਾ ਕਹਿਣਾ। ਇਹਨੂੰ ਘਟੀਆ ਸਰਕਾਰ ਕਿਹੜੀ ਭਾਰਤ ਦੇ ਵਿੱਚ? 26 ਨਵੰਬਰ ਨੂੰ 1 ਸਾਲ ਹੋਣ ਜਾ ਰਿਹਾ, ਪਰ ਮੋਦੀ ਸਰਕਾਰ ਦੁਆਰਾ ਅੱਜ ਤੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਨਾਲ ਸਮੇਂ-ਸਮੇਂ 'ਤੇ ਗੱਲਬਾਤ ਤਾਂ ਕੀਤੀ ਗਈ ਆ, ਪਰ ਕਿਸੇ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ। ਜਿਹੜੇ ਜਦੋਂ ਲੋਕ ਉੱਠ ਕੇ ਆਉਣ, ਜਿਹੜੇ ਇਹ ਭਾਜਪਾ ਹਕੂਮਤ ਸੀ, ਇਹਨੂੰ ਐਂ ਲੱਗਦਾ ਸੀ ਵੀ ਜਦੋਂ 2014 ਤੋਂ ਆਈ, ਜਿਹੜੇ ਵੀ ਇਹਨੇ ਫੈਸਲੇ ਲਏ ਆ ਉਹ ਜਿਹੜੇ ਲੋਕਾਂ ਦੇ ਵਿਰੁੱਧ ਲਏ ਆ, ਪਰ ਇਹ ਪਿੱਛੇ ਨਹੀਂ ਹਟਿਆ। ਤੁਹਾਨੂੰ ਪਤਾ ਨਾ, GST ਲਾਈ ਤੇ ਜਿਹੜਾ ਵਪਾਰੀ ਦਾ ਲੱਕ ਤੋੜ ਤੇ ਰੱਖਤਾ, ਛੋਟਾ ਵਪਾਰੀ ਤੇ ਇਹਨਾਂ ਖਤਮ ਕਰਕੇ ਘਰ ਹੀ ਬਿਠਾ ਦਿੱਤਾ। ਨੋਟਬੰਦੀ ਕੀਤੀ ਤੇ ਕਿੰਨੀਆਂ ਜਾਨਾਂ ਗਈਆਂ ਮਜ਼ਦੂਰਾਂ ਦੀਆਂ, ਉਹਨਾਂ ਦੀ ਮਾੜਿਆਂ ਲੋਕਾਂ ਦੀਆਂ। ਤੇ ਨੋਟਬੰਦੀ 'ਚੋਂ ਜਿਹੜਾ ਆਮਦਨ ਆ ਉਹ ਜਿਹੜੀ ਸਾਨੂੰ 16,000 ਕਰੋੜ ਹੋਈ ਹੈ, ਜਿਹੜਾ ਖਰਚਾ 25,000 ਕਰੋੜ ਦਾ ਹੁੰਦਾ, ਇਹ ਤਾਂ ਬਹੁਤ ਜ਼ਿਆਦਾ ਫੈਕਟ ਹੈ। ਜਿਹੜੇ ਵੀ ਇਹਨੇ ਫੈਸਲੇ ਲਏ ਆ, ਇਹ ਭਾਰਤ ਦੇ ਵਿਰੁੱਧ ਤੇ ਲੋਕਾਂ ਦੇ ਵਿਰੁੱਧ ਲਏ ਆ। ਤੁਸੀਂ ਵੇਖਿਆ ਹੋਣਾ ਵਾ, ਜਦੋਂ ਅਸੀਂ ਟਰੈਕਟਰ ਮਾਰਚ ਕਰਦੇ ਹਾਂ ਜੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੀ ਸਰਕਾਰੀ ਦੇ ਇਹ ਨਾਲੇ ਥਾਣੇ 'ਚ ਪਰਚਾ ਦਰਜ ਹੁੰਦਾ। ਸਾਡੇ ਅਗਰਾਹ ਜਥੇਬੰਦੀ ਦੇ 200 ਬੰਦੇ ਦੇ ਪਹਿਲਾ ਪਰਚਾ ਦਰਜ ਪੰਜਾਬ ਹੁੰਦਾ ਤੇ ਇਹ ਨਾਲੇ ਥਾਣੇ 'ਚ ਹੁੰਦਾ। ਇਹ ਉਹੋ ਹੀ ਕੰਮ ਕਰਦਾ ਜੋ ਇਹਨੂੰ ਭਾਜਪਾ ਕਹਿੰਦੀ। ਇਹ ਵੀ ਜੋ ਮਰਜ਼ੀ ਕਰੀ ਜਾਵੇ, ਪਾਰਟੀਆਂ ਬਣਾ ਲੇ, ਜੋ ਮਰਜ਼ੀ ਕਰੇ, ਲੋਕਾਂ ਨੇ ਮੂੰਹ ਇਹਨੂੰ ਵੀ ਲਾਉਣਾ। ਲੋਕਾਂ ਨੇ ਇਹਦਾ ਵੀ ਰਾਜ ਵੇਖ ਲਿਆ ਵੀ ਕਿੱਦਾਂ ਰਲੀ ਮਿਲੀ ਭੁਗਤਣਾ, ਆਪਾਂ ਕਿਹਨਾਂ ਨੂੰ ਬਚਾਇਆ, ਕਿੱਥੇ ਪੰਜਾਬ ਦਾ ਖਜ਼ਾਨਾ ਲੁੱਟਿਆ, ਕੁੱਟਿਆ ਲੋਕਾਂ ਨੂੰ। ਇਸ ਕਰਕੇ ਸੱਤਾਧਰ ਕੋਈ ਵੀ ਪਾਰਟੀ ਹੋਵੇ, ਉਹਦੀ ਨੀਤੀ ਜਿਹੜੀ ਇੱਕੋ ਹੀ ਹੁੰਦੀ ਹੈ। ਅਸੀਂ ਲੋਕਾਂ ਨੂੰ ਇਹ ਆਵਾਜ਼ ਦਿੰਦੇ ਹਾਂ ਵੀ ਆਣ ਕੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਓ, ਇੱਥੇ ਸੰਘਰਸ਼ਾਂ ਦੇ ਮੈਦਾਨ 'ਚ ਆਓ। ਜਿਹੜਾ ਤੁਹਾਨੂੰ ਰਾਹ ਆ ਜਾਂ ਤੁਹਾਨੂੰ ਹੱਕ ਆ, ਉਹ ਇੱਥੇ ਹੀ ਮਿਲ ਸਕਦੇ ਨੇ। ਇਹਨਾਂ ਨੇ ਲੋਕਾਂ ਨੂੰ ਸਿਰਫ ਲਾਰੇ ਲਾਉਣੇ। ਕੀ ਲੱਗਦਾ ਤੁਹਾਨੂੰ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਮੁੱਖ ਮੰਤਰੀ ਚਰਨੀ ਨੂੰ ਲਗਾ ਦਿੱਤਾ ਗਿਆ ਹੈ ਔਰ ਬਿਜਲੀ ਸਸਤੀ ਕਰ ਦਿੱਤੀ ਗਈ ਹੈ? ਬੀਤੇ ਦਿਨੀ ਪੈਟਰੋਲ ਡੀਜ਼ਲ ਦੇ ਵੀ ਰੇਟ ਘਟਾ ਦਿੱਤੇ ਗਏ ਹੈ। ਕੀ ਪੰਜਾਬ ਦੇ ਲੋਕ ਹੁਣ ਕਿਸਾਨੀ ਧਰਨਿਆਂ ਨੂੰ ਯਾਦ ਰੱਖਣਗੇ ਕਿ ਇਹਨਾਂ ਦੇ ਜਿਹੜੇ ਦੁਆਰਾ ਕੰਮ ਕੀਤੇ ਜਾ ਰਹੇ ਆ, ਮੁੜ ਇੱਕ ਵਾਰ ਕਾਂਗਰਸ ਦੀ ਸੱਤਾ ਦੇ ਵਿੱਚ ਆਉਣਗੇ? ਦੇਖੋ ਜੀ, ਆਪਾਂ ਤੁਸੀਂ ਦੱਸੋ ਕਿ ਚੀਫ ਮਿਨਿਸਟਰ ਚਾਹੁੰਦੇ ਕਾਹਦੇ ਵਾਸਤੇ? ਲੋਕਾਂ ਦੇ ਕੰਮਾਂ ਵਾਸਤੇ ਚਾਹੁੰਦੇ ਆ। ਲੋਕ ਵੋਟਾਂ ਪਾ ਕੇ ਭੇਜਦੇ ਆ ਵੀ ਸਾਡੇ ਜਿਹੜੇ ਕੰਮ ਆ ਇਹ ਕਰਨ। ਇਹਦੇ ਡਰਾਮਿਆਂ ਵਾਂਗੂ ਪੇਸ਼ ਕਰਨ ਦੇ, ਇਹਨਾਂ ਦੀ ਡਿਊਟੀ ਬਣਦੀ ਆ। ਕੀ ਲੋਕਾਂ ਨੇ ਤੁਹਾਨੂੰ ਚੁਣ ਕੇ ਨਹੀਂ ਭੇਜਿਆ ਉੱਥੇ? ਲੋਕਾਂ ਨੇ ਚੁਣ ਕੇ ਭੇਜਿਆ ਵੀ ਸਾਡੇ ਕੰਮਾਂ ਵਾਸਤੇ। ਦੂਜੀ ਗੱਲ ਆ, ਮੁੱਖ ਮੰਤਰੀ ਚੰਨੀ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜਾ ਸਾਡਾ ਨਰਮੇ ਦਾ ਮਾਜਵਾ ਹਜੇ ਤੱਕ ਨਹੀਂ ਦਿੱਤਾ। ਸਾਡੀ BKU ਅਗਰਾਹਾਂ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਵੀ ਕਾਂਗਰਸੀਆਂ ਦਾ ਵੀ ਉਹ ਹਾਲ ਕਰਾਂਗੇ ਜੋ BJP ਆ ਕਰਦੀ। ਕੀ ਲੱਗਦਾ ਤੁਹਾਨੂੰ ਕਿ ਜੇਕਰ ਕਿਸਾਨ ਜਥੇਬੰਦੀਆਂ ਆਪਣੇ ਜੋ ਉਮੀਦਵਾਰ ਦੇ ਸਾਰੇ ਹਲਕਿਆਂ ਦੇ ਵਿੱਚ ਉਤਾਰਦੇ ਆ ਤਾਂ ਪੰਜਾਬ ਦੇ ਜੋ ਲੋਕ ਨੇ ਕਿਵੇਂ ਦਾ ਉਹਨਾਂ ਦਾ ਰਿਸਪੌਂਸ ਰਹੇਗਾ? ਦੇਖੋ ਜੀ, ਚੱਲਦੇ ਘੋਲ ਦੇ ਵਿੱਚ ਸਰਕਾਰ ਵੀ ਸਾਨੂੰ ਕਹਿੰਦੀ ਵੀ ਇਹ ਰਾਜਨੀਤਿਕ ਬੰਦਿਆਂ ਦੇ ਰਾਜਨੀਤਿਕ ਬੰਦਿਆਂ ਦੇ ਹੱਥਾਂ 'ਤੇ ਚੜ੍ਹ ਕੇ ਘੋਲ ਪਾਉਂਦੇ। ਇਹਨਾਂ ਨੇ ਰਾਜਨੀਤਿਕ ਬੰਦੇ, ਇਹਨਾਂ ਨੇ ਇਲੈਕਸ਼ਨ ਲਾਉਣਾ। ਤੇ ਜੇ ਫਿਰ ਆਪਾਂ ਰਲਦੀ ਮਿਲਦੀ ਸਰਕਾਰ ਨਾਲ ਗੱਲ ਕਰੀਏ ਵੀ ਆਪਾਂ ਇਲੈਕਸ਼ਨ ਲੜਾਂਗੇ, ਸਾਡਾ ਕੋਈ ਮਕਸਦ ਨਹੀਂ। BKU ਅਗਰਾਹਾਂ ਜਥੇਬੰਦੀ ਤੁਹਾਨੂੰ ਪਤਾ ਸਭ ਤੋਂ ਤਗੜੀ ਪੰਜਾਬ ਦੀ ਜਥੇਬੰਦੀ, ਅੱਗੇ ਅਸੀਂ ਕਦੀ ਨਹੀਂ ਇਲੈਕਸ਼ਨ ਲੜੀ, ਨਾ ਗਾਂ ਲੜਾਂਗੇ। ਕਿੰਨੀਆਂ ਸਟੇਟਾਂ ਕਿਸਾਨਾਂ ਦੀਆਂ ਜਿਹੜੀਆਂ ਉੱਠ ਖੜੀਆਂ ਹੋਈਆਂ ਹੁਣ, ਕਿਤੇ ਕਿਤੇ ਐਮਰਜੈਂਸੀ ਲਵਾਉਗੀ, ਐਮਰਜੈਂਸੀ ਲਾ ਸਕਦੀ ਹੈ ਜੇ ਪੰਜਾਬ 'ਚ ਸੰਘਰਸ਼ ਚੱਲਦਾ ਹੈ। ਇਸੇ ਕਰਕੇ ਲੀਡਰਾਂ ਦੀ ਸੂਝ-ਬੂਝ ਨਾਲ ਜਿਹੜਾ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਿਹਾ। ਇਸ ਨਾਲ ਜਿੰਨਾ ਵੀ ਤੁਸੀਂ ਆਪੇ ਹੀ ਦੱਸਿਆ, ਜਿੰਨਾ ਲੰਬਾ ਸੰਘਰਸ਼ ਚੱਲ ਗਿਆ, ਅੱਗੇ ਇਹਨੂੰ ਮੂੰਹ ਦੀ ਖਾਣੀ ਪਈ। ਜਿਮਨੀ ਚੋਣਾਂ 'ਚ ਹਾਰ ਗਈ। ਕਦੀ ਇਹ ਵੇਖਿਆ ਵੀ ਜਿਹਦੀ ਸਰਕਾਰ ਹੋਵੇ ਹਾਰਦੀ ਬਹੁਤ ਘੱਟ ਹਾਰ ਦੇ ਵਿੱਚ। ਇਹ ਕਾਨੂੰਨ ਹੋਣਗੇ, ਇਹਦੇ ਨਾਲ ਪੰਜਾਬ ਦੇ ਜਿੰਨੇ ਲੋਕ ਨੇ ਜਾਂ ਹਿੰਦੁਸਤਾਨ ਦੀ ਜਿੰਨੀ ਪਬਲਿਕ ਆ ਉਹਨੂੰ ਜਿਹੜਾ ਆ ਨੁਕਸਾਨ ਹੋਵੇਗਾ। ਪਰ ਜਦ ਇਲੈਕਸ਼ਨ ਦੇ ਦਿਨ ਹੁੰਦੇ ਆ, ਚਾਹੇ ਕਾਂਗਰਸ ਦੀ ਰੈਲੀ ਹੋਵੇ, ਚਾਹੇ ਅਕਾਲੀ ਦਲ ਦੀ ਹੋਵੇ, ਚਾਹੇ ਆਮ ਆਦਮੀ ਪਾਰਟੀ ਦੀ ਹੋਵੇ, ਤਾਂ ਉੱਥੇ ਤਾਂ ਪੂਰੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ। ਤੁਹਾਨੂੰ ਉਹੀ ਸਵਾਲ ਕੀਤਾ ਨਾ ਵੀ ਹਜੇ 1.5-2% ਲੋਕ ਜਿਹੜੇ ਪੰਜਾਬ ਦੇ ਵਿੱਚ ਜਾਂਦੇ। ਤੁਸੀਂ ਆਖਿਆ ਵੀ ਇਲੈਕਸ਼ਨ ਕਿਉਂ ਨਹੀਂ ਲੜਦੇ, ਉਹ ਤੁਹਾਡਾ ਸਵਾਲ ਹੀ ਆ ਗਿਆ। ਜਦੋਂ ਲੋਕ ਜਿਹੜੇ 10% ਜਾਗ ਜਾਣਗੇ, ਇਹਨਾਂ ਦਾ ਬਾਈਕਾਟ ਸ਼ੁਰੂ ਕਰ ਦੇਣਗੇ ਤੇ ਲੋਕ ਚੰਗੇ ਬੰਦੇ ਲੈ ਆਉਣਗੇ, ਆਪੇ ਲੋਕ ਰਾਜ ਆ ਗਿਆ। ਕਿਸਾਨ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਸੰਘਰਸ਼ ਕਰਦੇ ਆ ਰਹੇ ਹਨ ਔਰ ਆਉਣ ਵਾਲੀ 26 ਨਵੰਬਰ ਨੂੰ ਪੂਰਾ 1 ਸਾਲ ਹੋ ਜਾਏਗਾ। ਸਾਡੇ ਨਾਲ ਪਲਵਿੰਦਰ ਸਿੰਘ ਮਾਲ ਨੇ, ਜੋ ਭਾਰਤੀ ਉਗਰਾਹਾਂ ਜਥੇਬੰਦੀ ਦੇ ਸੂਬਾ ਲੀਡਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਪਲਵਿੰਦਰ ਜੀ, ਕੀ ਕਹਿਣਾ ਚਾਹੁੰਦੇ ਹੋ? 26 ਨਵੰਬਰ ਨੂੰ ਜਿਹੜਾ ਪੂਰਾ 1 ਸਾਲ ਹੋਣ ਜਾ ਰਿਹਾ, ਕਿਵੇਂ ਵੇਖਦੇ ਹੋ? ਮੈਂ ਪਲਵਿੰਦਰ ਸਿੰਘ ਮਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦਾ ਆਗੂ, ਜਿਹੜਾ
26 ਜਨਵਰੀ ਨੂੰ ਸਾਲ ਹੋਣ ਜਾ ਰਿਹਾ, ਜਿਹੜਾ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਦਿੱਲੀ ਬਾਰਡਰਾਂ ਤੇ ਬਹਿ ਕੇ, ਤੇ ਜਿਹੜੀ ਭਾਰਤ ਦੀ ਹਕੂਮਤ ਆ, ਭਾਰਤ ਦੀ ਸਰਕਾਰ ਆ, ਮੋਦੀ ਤੇ ਅਮਿਤ ਸ਼ਾਹ ਇਹ ਗੱਲ ਸੁਣਨ ਨੂੰ ਕਿਸਾਨਾਂ ਦੀ ਤਿਆਰ ਨਹੀਂ। 700 ਤੋਂ ਵੱਧ ਸ਼ਹੀਦੀਆਂ ਹੋ ਜਾਣੀਆਂ ਉੱਥੇ ਦਿੱਲੀ ਬਾਰਡਰਾਂ ਤੇ, ਉਹਨਾਂ ਬਾਰੇ ਇੱਕ ਸ਼ਬਦ ਨਾ ਕਹਿਣਾ, ਇਹਨੂੰ ਘਟੀਆ ਸਰਕਾਰ ਕਿਹੜੀ ਭਾਰਤ ਵਿੱਚ ਹੋ ਸਕਦੀ ਹੋਰ। ਪਰ ਕਿਵੇਂ ਵੇਖਦੇ ਹੋ ਤੁਸੀਂ, ਜਿਵੇਂ 700 ਦੇ ਕਰੀਬ ਜੋ ਕਿਸਾਨ ਨੇ ਅੱਜ ਤੱਕ ਸ਼ਹੀਦ ਹੋ ਚੁੱਕੇ ਨੇ, ਪਰ ਮੋਦੀ ਸਰਕਾਰ ਦੁਆਰਾ ਬੜਾ ਤੁਸੀਂ 1 ਸਾਲ ਤੋਂ ਉੱਥੇ, ਜਿਵੇਂ ਪਹਿਲਾਂ ਬੋਲਿਆ ਕਿ 26 ਨਵੰਬਰ ਨੂੰ 1 ਸਾਲ ਹੋਣ ਜਾ ਰਿਹਾ, ਪਰ ਮੋਦੀ ਸਰਕਾਰ ਦੁਆਰਾ ਅੱਜ ਤੱਕ ਜਿਹੜੀ ਹੈ ਕਿਸਾਨ ਜਥੇਬੰਦੀਆਂ ਨਾਲ ਸਮੇਂ-ਸਮੇਂ ਤੇ ਗੱਲਬਾਤ ਤਾਂ ਕੀਤੀ ਗਈ ਆ, ਪਰ ਕਿਸੇ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ। ਜਿਹੜੇ ਜਦੋਂ ਲੋਕ ਉੱਠ ਕੇ ਆਉਣ, ਜਿਹੜੀ ਇਹ ਭਾਜਪਾ ਹਕੂਮਤ ਹੀ, ਇਹਨੂੰ ਐਂ ਲੱਗਦਾ ਸੀ ਵੀ ਜਿੱਦਾਂ 2014 ਤੋਂ ਆਈ, ਜਿਹੜੇ ਵੀ ਇਹਨੇ ਫੈਸਲੇ ਲਏ ਆ ਉਹ ਜਿਹੜੇ ਲੋਕਾਂ ਦੇ ਵਿਰੁੱਧ ਲਏ ਆ, ਪਰ ਇਹ ਪਿੱਛੇ ਨਹੀਂ ਹਟਿਆ। ਤੁਹਾਨੂੰ ਪਤਾ ਨਾ, GST ਲਾਈ ਤੇ ਜਿਹੜਾ ਵਪਾਰੀ ਦਾ ਲੱਕ ਤੋੜ ਤੇ ਰੱਖਤਾ, ਛੋਟਾ ਵਪਾਰੀ ਤੇ ਇਹਨਾਂ ਖਤਮ ਕਰਕੇ ਘਰ ਹੀ ਬਿਠਾਤਾ। ਨੋਟਬੰਦੀ ਕੀਤੀ ਤੇ ਕਿੰਨੀਆਂ ਜਾਨਾਂ ਗਈਆਂ ਮਜ਼ਦੂਰਾਂ ਦੀਆਂ, ਉਹਨਾਂ ਦੇ ਮਾੜਿਆਂ ਲੋਕਾਂ ਦੀਆਂ, ਤੇ ਨੋਟਬੰਦੀ 'ਚੋਂ ਜਿਹੜਾ ਆਮਦਨ ਆ ਉਹ ਜਿਹੜੀ ਸਾਨੂੰ 16,000 ਕਰੋੜ ਹੋਈ ਆ, ਜਿਹੜਾ ਖਰਚਾ 25,000 ਕਰੋੜ ਦਾ ਹੁੰਦਾ। ਇੱਦਾਂ ਬਹੁਤ ਜ਼ਿਆਦਾ ਫੈਕਟ ਆ ਜਿਹੜੇ ਵੀ ਇਹਨੇ ਫੈਸਲੇ ਲਏ ਆ, ਇਹ ਭਾਰਤ ਦੇ ਵਿਰੁੱਧ ਤੇ ਲੋਕਾਂ ਦੇ ਵਿਰੁੱਧ ਲਏ ਆ, ਪਰ ਇਹ ਪਿੱਛੇ ਨਹੀਂ ਹਟਦੇ। ਜਦੋਂ ਇਹਨਾਂ ਨੇ ਇਹ ਕਰੋਨਾ ਕਾਲ ਦੇ ਵਿੱਚ, ਜਦੋਂ ਸਾਰੀ ਹੀ ਦੁਨੀਆ ਡਾਂਗ ਦੇ ਨਾਲ ਅੰਦਰ ਵਾੜੀ, ਤੇ ਇਹ ਕਰੋਨਾ ਕਾਲ ਦੇ ਵਿੱਚ ਐਮਰਜੈਂਸੀ 'ਚ ਕਾਨੂੰਨ ਲਿਆਉਂਦੀ ਹੈ, ਤੇ ਪਰ ਇਹ ਜਿਹੜੇ ਕਿਸਾਨ ਜਥੇਬੰਦੀਆਂ ਦੀਆਂ ਇਹ ਸੂਝ ਬੂਝ ਲਾ ਲਓ, ਜਿਨ੍ਹਾਂ ਨੇ ਲਾਮਬੰਦੀ ਕੀਤੀ, ਇੰਨੀ ਤਕੜੀ ਲੋਕਾਂ ਨੂੰ ਜਗਾਇਆ ਤੇ ਸੰਘਰਸ਼ ਦੇ ਰਾਹ 'ਚ ਹੋ ਰਿਹਾ। ਜਦੋਂ ਅਸੀਂ ਪੰਜਾਬ 'ਚ ਸੰਘਰਸ਼ ਕੀਤਾ ਤਾਂ ਤੁਸੀਂ ਵੇਖਿਆ ਚੰਗੀ ਤਰ੍ਹਾਂ ਵੀ ਇਹ ਸਾਰੇ ਪੰਜਾਬ ਦਾ ਬਣਾਤਾ। ਪੰਜਾਬ ਤੋਂ ਬਾਅਦ ਜਦੋਂ ਅਸੀਂ ਦਿੱਲੀ ਵੱਲ ਨੂੰ ਵਧੇ ਤੇ ਇਹ ਸਾਰੇ ਹੀ ਭਾਰਤ ਦਾ ਬਣਾਤਾ। ਭਾਰਤ ਤੋਂ ਬਾਅਦ ਇਹ ਵਰਲਡ 'ਚ ਚਲ ਗਿਆ। 11 ਮੀਟਿੰਗਾਂ ਹੋ ਚੁੱਕੀਆਂ। ਮੈਂ ਇਹ ਵੀ ਨਹੀਂ ਵੀ ਸਰਕਾਰ ਪੂਰੀ ਹਿੱਲੀ ਫਿਰਨ ਦੀ। ਯੂਪੀ 'ਚ ਦਾ ਕੀ ਹਾਲ ਬਣਾਤਾ। ਜਿਹੜੇ ਬੰਗਾਲ ਦੇ ਵਿੱਚ ਕਹਿੰਦੇ ਸੀ 2 ਤਰੀਕ ਨੂੰ ਦੀਦੀ ਗਈ, ਇਹ ਆਪ ਉੱਥੋਂ ਕਰ ਗਏ। ਹਰਿਆਣੇ ਦੇ ਵਿੱਚ ਇਹਨਾਂ ਦੀ ਸਰਕਾਰ ਹੋਵੇ, ਇਹਨਾਂ ਦਾ ਮੁੱਖ ਮੰਤਰੀ ਨੂੰ ਉੱਥੇ ਅਸੀਂ ਰੈਲੀ ਨਾ ਕਰਨ ਦਈਏ। ਇਹ ਕਿਸਾਨ ਭਾਰਤ ਦੀ ਜਿੱਤ ਆ। ਟੂਲ ਪਲਾਜੇ ਫ੍ਰੀ ਕੀਤੇ। ਜਿਹੜਾ ਪੰਜਾਬ ਤੇ ਹਰਿਆਣੇ ਦਾ ਭਾਈਚਾਰਾ ਉਹਨੂੰ ਇਕੱਠਾ ਕਰਨ 'ਚ ਕਾਮਯਾਬ ਰਹੇ ਆ। ਮੁਸਲਮਾਨ ਤੇ ਹਿੰਦੂ ਨੂੰ ਇਕੱਠੇ ਕਰਨ 'ਚ ਕਾਮਯਾਬ ਰਹੇ ਆ। ਜਿਹੜਾ ਫਿਰਕ ਪੱਤਾ ਖੇਡਦੇ, ਧਰਮ ਦੇ ਨਾਂ ਦੇ ਪੱਤਾ ਖੇਡਦੀ ਹੁੰਦੀ, ਉਹ ਹਿੰਦੂ ਕਿਸਾਨ ਵੀ ਸਾਡੇ ਨਾਲ ਆਣ ਕੇ ਮੋਢੇ ਨਾਲ ਮੋਢਾ ਜੋੜ ਕੇ, ਜਿੱਦਾਂ ਡਕੈਤ ਸਾਹਿਬ ਤੋਂ ਹੋਰ ਜਿਹੜੇ ਕਿਸਾਨ ਆ ਉਹ ਸਾਡੇ ਨਾਲ ਆਣ ਕੇ ਖਲੋਤੇ ਨੇ। ਉਹਨਾਂ ਨੇ ਸੰਘਰਸ਼ ਆਪ ਲੜਿਆ। ਇਸ ਕਰਕੇ ਇਹਨੂੰ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਜਿੰਨਾ ਲੰਬਾ ਸੰਘਰਸ਼ ਚੱਲੂਗਾ, ਇਹਦੀਆਂ ਸਰਕਾਰ ਦੀਆਂ ਉਨੀਆਂ ਹੀ ਜੜ੍ਹਾਂ ਪੁੱਟ ਕੇ ਰੱਖ ਦਿਆਂਗੇ। ਪਰ ਜੇਕਰ ਗੱਲ ਜਿਹੜੇ ਭਾਜਪਾ ਦੇ ਜਿਹੜੇ ਪੰਜਾਬ ਦੇ ਨੇਤਾ ਨੇ, ਗਰੇਵਾਲ ਸਮੇਂ-ਸਮੇਂ ਦੇ ਕਹਿੰਦੇ ਦਿਖਾਈ ਦਿੰਦੇ ਨੇ ਕਿ ਇਹ ਜੋ ਕਾਨੂੰਨ ਨੇ ਕਿਸਾਨ ਇਹਨਾਂ ਨੂੰ ਗੁੰਮਰਾਹ ਕਰ ਰਹੇ ਨੇ, ਕਾਮਰੇਡ ਆਪਣੀ ਸਿਆਸਤ ਕਰ ਰਹੇ ਨੇ। ਇਹ ਕਾਨੂੰਨ ਜਿਹੜੇ ਕਿਸਾਨਾਂ ਦੇ ਲਈ ਬਹੁਤ ਲਾਭਦਾਇਕ ਹੋ ਸਕਦੇ ਨੇ ਜੇ ਇਹ ਕਾਨੂੰਨ ਲਾਗੂ ਹੋ ਗਏ ਨੇ। ਤੇ ਜਿਹੜੀ ਤੁਸੀਂ ਗਰੇਵਾਲ ਦੀ ਗੱਲ ਕੀਤੀ, ਗਰੇਵਾਲ ਤੇ ਪਹਿਲਾਂ ਉਹਦੇ ਬਾਰੇ ਸ਼ਬਦ ਕਹਿਣਾ ਹੀ ਨਹੀਂ। ਉਹ ਠੇਠਰ ਬੰਦਾ ਕਰਿਆ ਨਾ, ਤੇ ਉਹਦੇ ਕੋਲ ਕੋਈ ਅਹੁਦਾ ਹੀ ਸੈਂਟਰ ਦੇ ਵਿੱਚ। ਸਿਰਫ ਚਵਲਾ ਮਾਰ ਕੇ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤੇ ਉੱਥੇ ਦਿੱਲੀ ਦਾ ਚੁੰਚਾ ਬਣੇ ਫਿਰਦਾ ਵਾ। ਗਰੇਵਾਲ ਨੂੰ ਪੁੱਛੋ ਵੀ ਜਿਹੜਾ ਕਿਸਾਨ, ਜਿਹੜਾ ਇੱਕ ਕਿਸਾਨ ਅੰਨਦਾਤਾ ਜਿਹੜਾ ਧਰਨੇ ਲਾਈ ਫਿਰਦਾ, ਜਿੰਨੀਆਂ ਵੱਡੀਆਂ ਸ਼ਹੀਦੀਆਂ ਕਰਤੀਆਂ, ਜਿਹੜਾ ਅੰਨ ਰੋਜ਼ ਖਾਣਾ, ਇਹ ਕਿਸਾਨਾਂ ਦੀ ਪੈਲੀ 'ਚੋਂ ਹੀ ਆਉਂਦਾ। ਕੋਈ ਕਾਮਰੇਡ ਨੇ ਗੁੰਮਰਾਹ ਨਹੀਂ ਕੀਤਾ, ਕਿਸੇ ਨੇ ਨਹੀਂ ਕੀਤਾ। ਜਿਹੜੇ ਕਾਨੂੰਨ ਆ ਇਹ ਜਿਹੜੇ ਕਿਸਾਨ ਮਾਰੂ ਆ, ਤੇ ਕਿਸਾਨ ਆਪ ਜਾਗਰੂਕ ਹੋ ਕੇ ਉੱਥੇ ਗਿਆ ਵਾ। ਤੇ ਗਰੇਵਾਲ ਨੂੰ ਕਹੋ ਵੀ ਕਿਸੇ ਪਿੰਡ 'ਚ ਵੜ ਕੇ ਵਿਖਾ ਕੇ, ਤੇ ਪੰਜਾਬ ਦੇ ਵਿੱਚ ਕਿਤੇ ਰੈਲੀ ਤੇ ਕਰਕੇ ਤੈਨੂੰ ਕਿਸਾਨ ਦੱਸਣਗੇ ਵੀ ਕੀ ਹੁੰਦਾ ਵਾ। ਜਿਹੜਾ ਬਕਵਾਸ ਤੂੰ TV ਚੈਨਲਾਂ ਤੇ ਕਰਦਾ ਵਾ, ਇਹ ਤੋਂ ਬਾਜ ਆ। ਪਰ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਪੜਨ, ਪਰ ਉਹਦਾ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਂਦੇ ਇਲੈਕਸ਼ਨ ਵੀ ਲੜਾਂਗੇ ਔਰ ਪੰਜਾਬ ਦੇ ਵਿੱਚ ਆਪਣੀ ਸਰਕਾਰ ਵੀ ਬਣਾਵਾਂਗੇ। ਸੋਚਣ ਤੇ ਥੋੜਾ ਕਿਸੇ ਪਾਬੰਦੀ ਸੋਚ ਸਕਦਾ ਕੋਈ। ਉਹ ਚੀਫ ਮਿਨਿਸਟਰ ਦਾ ਵੀ ਸੁਪਨਾ ਲੈ ਸਕਦੇ ਨੇ। ਤੇ ਜਿਹੜੇ ਲੋਕ ਉਹਨਾਂ ਨੂੰ ਕੋਈ ਮੂੰਹ ਨਹੀਂ ਲਾਉਣ ਡੇ, 10 ਬੰਦੇ ਨਹੀਂ ਉਹਨਾਂ ਨਾਲ ਇਕੱਠੇ ਹੋਣ ਡੇ ਪੰਜਾਬ 'ਚ, ਤੇ ਸਰਕਾਰ ਕਿੱਥੋਂ ਬਣਾ ਲੈਣੀ। ਸਰਕਾਰ ਤੇ ਇਹਨਾਂ ਦੀ ਯੂਪੀ ਡਾਵਾਂਡੋਲ ਕਰਤੀ ਕਿਸਾਨਾਂ ਨੇ। ਜਦੋਂ ਸਾਡੇ ਕਿਸਾਨਾਂ ਤੇ ਇਹਨਾਂ ਨੇ ਸਿੱਧੀਆਂ ਗੱਡੀਆਂ ਚੜਾਈਆਂ, ਤੁਸੀਂ ਚੰਗੀ ਤਰ੍ਹਾਂ ਮੀਡੀਆ ਨੇ ਵੇਖਿਆ। ਇੱਕ ਸਾਡਾ ਜਿਹੜਾ ਪੱਤਰਕਾਰ ਭਾਈਚਾਰੇ ਦਾ ਇੱਕ ਉਹ ਵੀ ਵਿਚਾਰਾ ਉੱਥੇ ਸ਼ਹੀਦ ਹੋਇਆ ਕਿਸਾਨਾਂ ਬਦਲੇ। ਵੇਖੋ ਤੁਸੀਂ ਵੇਖਿਆ ਵੀ ਕਿੰਨਾ ਗੁੱਸਾ ਵਾ ਲੋਕਾਂ ਦੇ ਵਿੱਚ। ਜੋਗੀ ਦੇ ਤਰਲੇ ਲੈਣ ਡਿਆ ਇਹਨਾਂ ਗਾੜੀ ਵੀ ਉਹ ਨਿਬੇੜੋ, ਨਹੀਂ ਤੇ ਮੈਂ ਇਲੈਕਸ਼ਨ ਨਹੀਂ ਲੜ ਸਕਦਾ। ਇਹਨਾਂ ਲਿਖ ਕੇ ਦਿੱਤਾ ਭਾਜਪਾ ਵਾਲਿਆਂ ਨੇ ਵੀ ਇਹਨਾਂ ਕਿਸਾਨਾਂ ਨਾਲ ਨਿਬੇੜਿਓ। ਕਈਆਂ ਸਟੇਟਾਂ 'ਚ ਅਸੀਂ ਇਲੈਕਸ਼ਨ ਨਹੀਂ ਲੜ ਸਕਦੇ। ਹਰਿਆਣੇ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਇਆ। ਗਰੇਵਾਲ ਬੰਦੇ ਚਵਲਾ ਮਾਰਦੇ ਹੁੰਦੇ, ਨਾ ਮਾਰੀ ਜਾਣੀਆਂ। ਪਰ ਕੀ ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਆਪਣੀ ਨਵੀਂ ਪਾਰਟੀ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਔਰ ਕਿਹਾ ਗਿਆ ਆ ਕਿ ਮੈਂ ਕਿਸਾਨਾਂ ਦੇ ਮਸਲੇ ਦਾ ਜਿਹੜਾ ਉਹ ਹੱਲ ਕਰਾਵਾਂਗਾ, ਕਿਉਂਕਿ ਪਿਛਲੇ ਦਿਨ ਉਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਮੋਦੀ ਅਤੇ ਅਮਿਤ ਸ਼ਾਹ ਨਾਲ। ਤੁਹਾਨੂੰ ਲੱਗਦਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਬਣਾਉਂਦੇ ਆ ਔਰ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਉਹ ਕਿਸਾਨਾਂ ਦਾ ਹੱਲ ਕਰ ਦੇਣ, ਔਰ ਕੀ ਲੱਗਦਾ ਹੈ ਕਿ ਕਿਸਾਨ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਚੀਜ਼ ਦਾ ਕਿਤੇ ਨਾ ਕਿਤੇ ਲਾਭ ਪਹੁੰਚਾਉਣਗੇ? ਜਿਹੜੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਜੋ, ਇਹ ਭਾਜਪਾ ਦੇ ਇਸ਼ਾਰੇ ਤੇ ਚੱਲਦਾ ਹੈ। ਜਦੋਂ ਚੀਫ ਮਿਨਿਸਟਰ ਪੰਜਾਬ ਵੇ, ਤੁਸੀਂ ਵੇਖਿਆ ਹੋਣਾ ਵਾ ਜਦੋਂ ਅਸੀਂ ਟਰੈਕਟਰ ਮਾਰਚ ਕਰਦੇ ਹਾਂ ਜੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ 'ਚ ਸਰਕਾਰੀ, ਤੇ ਇਹ ਹੀ ਨਾਲੇ ਥਾਣੇ 'ਚ ਪਰਚਾ ਦਰਜ ਹੁੰਦਾ ਸੜ ਤੇ
ਅਗਰਾਹ ਜਥੇਬੰਦੀ ਦੇ 200 ਬੰਦੇ ਤੇ ਪਹਿਲਾ ਪਰਚਾ ਦਰਜ ਪੰਜਾਬ 'ਚ ਹੁੰਦਾ ਤੇ ਅਸੀਂ ਨਾਲੇ ਥਾਣੇ 'ਚ ਹੁੰਦਾ। ਇਹ ਉਹੋ ਹੀ ਕੰਮ ਕਰਦਾ ਜੋ ਇਹਨੂੰ ਭਾਜਪਾ ਕਹਿੰਦੀ। ਇਹ ਵੀ ਜੋ ਮਰਜ਼ੀ ਕਰੀ ਜਾਵੇ, ਪਾਰਟੀਆਂ ਬਣਾ ਲੇ, ਜੋ ਮਰਜ਼ੀ ਕਰ ਲੇ, ਲੋਕਾਂ ਨੇ ਮੂੰਹ ਇਹਨੂੰ ਨਹੀਂ ਲਾਉਣਾ। ਲੋਕਾਂ ਨੇ ਇਹਦਾ ਵੀ ਰਾਜ ਵੇਖ ਲਿਆ ਵੀ ਕਿੱਦਾਂ ਰਲੀ ਮਿਲੀ ਭੁਗਤਣਾ, ਆਪਾਂ ਕਿਹਨਾਂ ਨੂੰ ਬਚਾਇਆ, ਕਿੱਥੇ ਪੰਜਾਬ ਦਾ ਖਜ਼ਾਨਾ ਲੁੱਟਿਆ, ਕੁੱਟਿਆ ਲੋਕਾਂ ਨੂੰ। ਇਸ ਕਰਕੇ ਸੱਤਾਧਰ ਕੋਈ ਵੀ ਪਾਰਟੀ ਹੋਵੇ ਉਹਦੀ ਨੀਤੀ ਜਿਹੜੀ ਇੱਕੋ ਹੀ ਹੁੰਦੀ ਆ। ਅਸੀਂ ਲੋਕਾਂ ਨੂੰ ਇਹ ਆਵਾਜ਼ ਦਿੰਦੇ ਹਾਂ ਵੀ ਆਣ ਕੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਓ, ਇੱਥੇ ਸੰਘਰਸ਼ਾਂ ਦੇ ਮੈਦਾਨ 'ਚ ਆਓ। ਜਿਹੜਾ ਤੁਹਾਨੂੰ ਰਾਹ ਆ ਜਾਂ ਤੁਹਾਨੂੰ ਹੱਕ ਆ ਉਹ ਇੱਥੋਂ ਹੀ ਮਿਲ ਸਕਦੇ ਨੇ। ਇਹਨਾਂ ਨੇ ਲੋਕਾਂ ਨੂੰ ਸਿਰਫ ਲਾਰੇ ਲਾਉਣੇ। ਇਹੋ ਚੀਫ ਮਿਨਿਸਟਰ ਹੈ ਜਿਹੜਾ ਗੁੜਕਾ ਸਾਹਿਬ ਫੜ ਕੇ ਆਂਦਾ ਸੀ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ, ਤੇ STF 'ਚ ਉਹਨੂੰ DGP STF ਲਾਇਆ ਇਹਨੇ ਹਰਪ੍ਰੀਤ ਸਿੱਧੂ ਨੂੰ। ਤੇ ਜਦੋਂ ਉਹਨੇ ਵਲੇਟੇ 'ਚ ਵੱਡੀਆਂ ਮੱਛੀਆਂ ਲਿਆਉਣੇ ਤੇ ਉਹਨੂੰ STF ਤੋਂ ਹਟਾ ਵੀ ਦਿੱਤਾ। ਇਹ ਕੈਪਟਨ ਦੁਨੀਆ ਭੁੱਲ ਗਈ, ਸਭ ਦੁਨੀਆ ਯਾਦ ਰੱਖਦੀ ਆ। ਇਹ ਲੋਕਾਂ ਨੂੰ ਸਮਝਦੇ ਆ ਬੇਵਕੂਫ ਵੀ ਝੂਠ ਮਾਰਿਆ ਤੇ ਅਗਲੇ ਹੋਰ 5 ਸਾਲ ਮਾਰਾਂਗੇ, ਪਰ ਲੋਕ ਨਹੀਂ ਇਹਨਾਂ ਦੇ ਮਗਰ ਲੱਗਣ ਵਾਲੇ। ਪਰ ਤੁਸੀਂ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦਾ ਬੰਦਾ ਆ, ਪਰ ਤੁਹਾਨੂੰ ਯਾਦ ਹੋਏਗਾ ਕਿ ਜਦ ਤੁਸੀਂ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਇੱਕ ਬਿਆਨ ਦਿੱਤਾ ਗਿਆ ਸੀ, ਤੁਸੀਂ ਪੰਜਾਬ ਵਿੱਚ ਸੰਘਰਸ਼ ਕਰ ਰਹੇ ਹੋ, ਜੇਕਰ ਤੁਸੀਂ ਮੋਦੀ ਸਰਕਾਰ ਦੇ ਵਿਰੋਧ ਵਿੱਚ ਹੋ ਤਾਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਜਾਓ। ਜਿਹੜਾ ਇਹਦਾ ਮਤਲਬ ਤੁਸੀਂ ਬਿਆਨ ਦੀ ਗੱਲ ਕਰਦੇ ਜੋ, ਇਹ ਤੇ ਬਿਆਨ ਤੇ ਉਹਨੇ ਸਿਆਸੀ ਪਾਰਟੀਆਂ ਨੇ, ਉਹਨੇ ਕੈਪਟਨ ਅਮਰਿੰਦਰ ਸਿੰਘ ਨੇ ਦੇਣਾ ਹੀ ਹੁੰਦਾ ਵਾ ਵੀ ਉੱਥੇ ਵਿਰੋਧ ਕਰੋ ਜਾਂ ਉੱਥੇ। ਇਹ ਕੈਪਟਨ ਨੂੰ ਨਹੀਂ, ਉਦੋਂ ਵੀ ਜਦੋਂ ਬਿਆਨ ਦਿੱਤਾ ਇਹ ਉਦੋਂ ਵੀ ਮੀਡੀਆ ਵਾਲੇ ਸੱਜਣਾ ਇਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਤੂੰ ਸਿਰਫ ਆਪਣੀ ਸਰਕਾਰ ਚਲਾ, ਸਾਨੂੰ ਪਤਾ ਵੀ ਵਿਰੋਧ ਕਿੱਥੇ ਕਰਨਾ, ਕਿੱਥੇ ਅਸੀਂ ਬਿੱਲ ਰੱਦ ਕਰਾਉਣੇ ਆ। ਇਸ ਕਰਕੇ ਦੱਸਣਾ ਚਾਹੁੰਦੇ ਹਾਂ ਕੈਪਟਨ ਨੂੰ ਵੀ ਜਦੋਂ ਲੋਕਾਂ ਲਈ ਖੜਨਾ ਪੈਂਦਾ ਵਾ, ਲੋਕਾਂ ਲਈ ਜਦੋਂ ਲੋਕ ਤੈਨੂੰ ਚੁਣ ਕੇ ਚੀਫ ਮਿਨਿਸਟਰ ਪੰਜਾਬ ਦਾ ਲੋਕਾਂ ਨੇ ਬਣਾਇਆ, ਤੇ ਹੁਣ ਜਦੋਂ ਕੁਰਸੀ ਛੁੱਟ ਗਈ ਤੇ ਹੁਣ ਤੈਨੂੰ ਕਿਸਾਨਾਂ ਦੀ ਯਾਦ ਆਉਂਦੀ। ਪਹਿਲਾਂ ਤੈਨੂੰ ਕੋਈ ਕਿਸਾਨ ਕਿੱਥੇ ਸੀ? ਅੱਜ ਦੀ ਗੱਲ ਕਰਾਂਗੇ। ਅੱਜ ਇੱਕ ਖਬਰਾਂ ਚੱਲ ਰਹੀਆਂ ਨੇ ਕਿ ਕਿਸਾਨ ਨੇਤਾਵਾਂ ਵੱਲੋਂ ਜਿੱਥੇ ਹਰਸਿਮਰਤ ਦਾ ਕਿਤੇ ਪ੍ਰੋਗਰਾਮ ਸੀ ਔਰ ਉੱਥੇ ਇੱਕ MLA ਦੇ ਉੱਤੇ ਕਿਸਾਨ ਨੇਤਾਵਾਂ ਵੱਲੋਂ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ, ਉਹਨਾਂ ਦੇ ਜਿਹੜੇ ਗਨਮੈਨ ਨੇ ਉਹਨਾਂ ਦੇ ਉੱਤੇ ਵੀ ਹਮਲਾ ਹੋਇਆ। ਕਿਵੇਂ ਵੇਖਦੇ ਹੋ ਇਸ ਬਿਆਨ ਨੂੰ? ਚਲੋ ਹਮਲਾ ਤੇ ਨਹੀਂ ਹੋਣਾ ਚਾਹੀਦਾ, ਇਹਦੇ ਨਾਲ ਜੁੜਦੀ ਗੱਲ ਆ ਵੀ ਮਹਿਮਾ ਹੈਗਾ ਫਿਰੋਜ਼ਪੁਰ ਦਾ ਡਕਾਉਂਦਾ ਜਥੇਬੰਦੀ ਦਾ ਆਗੂ, ਉਹਦੇ ਉੱਤੇ ਗੱਡੀ ਚੜਾਈ ਗਈ। ਜਿੰਨੀ ਕਿ ਮੈਨੂੰ ਜਾਣਕਾਰੀ ਹੈ, ਜੇ ਮੋਟੀ ਮੈਨੂੰ ਪੂਰੀ ਜਾਣਕਾਰੀ ਨਹੀਂ। ਇਹਨਾਂ ਵੱਲੋਂ ਵੀ ਪਹਿਲਾਂ ਹਮਲਾ ਕੀਤਾ ਗਿਆ। ਇਹ ਰਾਜਨੀਤਿਕ ਪਾਰਟੀਆਂ ਇਹਨਾਂ ਨੂੰ ਲੈ ਕਿਸਾਨ ਲੀਡਰ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ ਇਹ ਚੰਗੇ ਨਹੀਂ ਲੱਗਦੇ। ਇਹਨਾਂ ਨੂੰ ਕਹਿੰਦੇ ਇਹੋ ਜਿਹੀਆਂ ਚੀਜ਼ਾਂ ਤੋਂ ਬਾਜ਼ ਆਓ, ਤੇ ਇਸ ਕਰਕੇ ਮਾਹੌਲ ਇਹ ਖਰਾਬ ਕਰਦਾ। ਵੇਖੋ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਪਹਿਲੋਂ ਬਿੱਲਾਂ ਦੇ ਹੱਕ 'ਚ ਬੋਲਦੀ ਰਹੀ। ਜਦੋਂ ਤੁਹਾਨੂੰ ਯਾਦ ਹੋਣਾ BKJU ਅਗਰਾਹਾਂ ਨੇ ਪਟਿਆਲੇ ਤੇ ਬਾਦਲ ਪਿੰਡ ਧਰਨਾ ਲਾਇਆ ਹੈ, ਪੂਰਾ ਆਪਾਂ 7-7 ਦਿਨ ਧਰਨਾ ਚਲਾਇਆ ਹੈ। ਤੇ ਜਦੋਂ ਲੋਕ ਇਹਨਾਂ ਦੇ ਉਲਟ ਹੋਏ ਤੇ ਲੋਕਾਂ ਨੇ ਫਿਰ ਇਹਨਾਂ ਨੇ ਜਾ ਕੇ ਸੈਂਟਰ 'ਚੋਂ ਅਸਤੀਫਾ ਦਿੱਤਾ ਤੇ ਕਿਸਾਨਾਂ ਦੀ ਬੋਲੀ ਬੋਲਣ ਦਾ। ਜਦੋਂ ਲੋਕ ਉੱਠਦੇ ਨੇ ਤੇ ਇਹੋ ਜਿਹੇ ਰਾਜਨੀਤੀ ਨੂੰ ਇਹਨਾਂ ਨੂੰ ਮੁੜਨਾ ਹੀ ਪੈਂਦਾ। ਕੀ ਲੱਗਦਾ ਤੁਹਾਨੂੰ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਮੁੱਖ ਮੰਤਰੀ ਚਰਨੀ ਨੂੰ ਲਗਾ ਦਿੱਤਾ ਗਿਆ ਹੈ ਔਰ ਬਿਜਲੀ ਸਸਤੀ ਕਰ ਦਿੱਤੀ ਗਈ ਹੈ? ਬੀਤੇ ਦਿਨੀ ਪੈਟਰੋਲ ਡੀਜ਼ਲ ਦੇ ਵੀ ਰੇਟ ਘਟਾ ਦਿੱਤੇ ਗਏ ਆ। ਕੀ ਪੰਜਾਬ ਦੇ ਲੋਕ ਹੁਣ ਕਿਸਾਨੀ ਧਰਨਿਆਂ ਨੂੰ ਯਾਦ ਰੱਖਣਗੇ ਕਿ ਇਹਨਾਂ ਦੇ ਜਿਹੜੇ ਦੁਆਰਾ ਕੰਮ ਕੀਤੇ ਜਾ ਰਹੇ ਆ ਮੁੜ ਇੱਕ ਵਾਰ ਕਾਂਗਰਸ ਨੂੰ ਸੱਤਾ ਦੇ ਵਿੱਚ ਲਿਆਉਣਗੇ? ਵੇਖੋ ਜੀ, ਆਪਾਂ ਤੁਸੀਂ ਦੱਸੋ ਵੀ ਚੀਫ ਮਿਨਿਸਟਰ ਚਾਹੁੰਦੇ ਕਾਹਦੇ ਵਾਸਤੇ ਆ? ਲੋਕਾਂ ਦੇ ਕੰਮਾਂ ਵਾਸਤੇ ਚਾਹੁੰਦੇ ਆ। ਲੋਕ ਵੋਟਾਂ ਪਾ ਕੇ ਭੇਜਦੇ ਆ ਵੀ ਸਾਡੇ ਜਿਹੜੇ ਕੰਮ ਆ ਇਹ ਕਰਨ। ਇਹ ਤੇ ਡਰਾਮਿਆਂ ਵਾਂਗੂ ਪੇਸ਼ ਕਰਨ ਡਿਆ। ਇਹਨਾਂ ਦੀ ਡਿਊਟੀ ਬਣਦੀ ਆ। ਕੀ ਲੋਕਾਂ ਨੇ ਤੁਹਾਨੂੰ ਚੁਣ ਕੇ ਨਹੀਂ ਭੇਜਿਆ? ਉੱਥੇ ਲੋਕਾਂ ਨੇ ਚੁਣ ਕੇ ਭੇਜਿਆ ਵੀ ਸਾਡੇ ਕੰਮਾਂ ਵਾਸਤੇ। ਦੂਜੀ ਗੱਲ ਆ, ਮੁੱਖ ਮੰਤਰੀ ਚੰਨੀ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜਾ ਸਾਡਾ ਨਰਮੇ ਦਾ ਮਾਜਵਾ ਹਜੇ ਤੱਕ ਨਹੀਂ ਦਿੱਤਾ। ਸਾਡੀ BKJU ਅਗਰਾਹਾਂ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਵੀ ਕਾਂਗਰਸੀਆਂ ਦਾ ਵੀ ਉਹ ਹਾਲ ਕਰਾਂਗੇ ਜੋ BJP ਦਾ ਕਰਦੇ ਆ। ਨਰਮੇ ਦਾ ਮਾਜਵਾ ਉੱਥੇ ਨਹੀਂ ਦੇ ਰਹੇ ਤੇ ਇਹ ਕਹਿੰਦਾ ਚੀਫ ਮਿਨਿਸਟਰ ਆ। ਉੱਦਾਂ ਤੇ ਆਪਾਂ ਬੜੀਆਂ ਮਤਲਬ ਫੋਟੋਆਂ ਪਾਉਂਦੇ ਆ, ਕਦੀ ਕਿਸੇ ਨਾਲ ਫੋਟੋ ਖਿਚਾਉਂਦੇ ਆ, ਕਦੀ ਕਿਸੇ ਨਾਲ ਫੋਟੋ ਖਿਚਾਉਂਦੇ। ਉਹ ਕਿਸਾਨ ਨਹੀਂ ਦਿਖਣ ਡੇ। ਪਹਿਲਾਂ ਜਿੰਨਾ ਮਨਪ੍ਰੀਤ ਦਾ ਲੰਬੇ ਸਮੇਂ ਤੋਂ ਘਰ ਘੇਰਿਆ, ਮੁੜ ਕੇ ਸੈਕਟਰੀਏਟ ਬਠਿੰਡੇ ਵਾਲਾ ਘੇਰਿਆ, ਫਿਰ ਜਾ ਕੇ ਪਿੰਡਾਂ ਦੇ ਵਿੱਚ ਲਾਮਬੰਦੀ ਕਰਕੇ ਉਹਨੂੰ ਕਾਂਗਰਸੀਆਂ ਦਾ ਘਰਾਓ ਕਰਨ। ਇਹ ਚੀਫ ਮਿਨਿਸਟਰ ਕੋਲ ਕੋਈ ਰਿਪੋਰਟ ਨਹੀਂ ਹੈਗੀ। ਚੀਫ ਮਿਨਿਸਟਰ ਦਾ ਵੀ ਉਦੋਂ ਘਰਵਾ ਹੋਇਆ ਤੇ ਆਪਾਂ ਫੌਰੀ ਤੌਰ ਤੇ ਕਹਿੰਦੇ ਜੇ ਕਿਸਾਨਾਂ ਨਾਲ ਹੀ ਵੀ ਜੋ ਮਾਜਵਾ ਕਿਸਾਨ ਮੰਗਦੀ ਆ ਕਿਸਾਨਾਂ ਜਥੇਬੰਦੀਆਂ ਉਹ ਆਪਾਂ ਦੇਣ ਨੂੰ ਤਿਆਰ ਆ। ਪਰ ਇਹ ਡਰਾਮੇ ਕਰਦੇ ਆ। ਇਹ ਸਾਰੀ ਪਾਲਿਸੀ ਜਿਹੜੀ ਆ ਇਹ ਸੈਂਟਰ ਤੋਂ ਬਣਦੀ ਆ। ਇਹ ਉਹਨਾਂ ਇਸ਼ਾਰਿਆਂ 'ਤੇ ਹੀ ਚੱਲਦੇ ਨੇ ਰਾਜਨੀਤਿਕ ਬੰਦੇ, ਜਿਨ੍ਹਾਂ ਇਸ਼ਾਰਿਆਂ 'ਤੇ ਉਹ ਸੈਂਟਰ ਚਲਾਉਣਾ ਚਾਹਵੇ ਕੋਈ ਵੀ। ਇਹ ਸਿਰਫ ਚਿਹਰੇ ਬਦਲਣੇ ਆ, ਇਹ ਕੁਰਸੀ ਉਹੋ ਹੀ ਰਹਿਣੀ ਆ, ਇਹਨਾਂ ਦੇ ਕੰਮ ਉਹੋ ਹੀ ਰਹਿਣੇ। ਕੀ ਰਿਸ਼ਵਤ ਨਾਲੇ ਦੇ ਵਿੱਚੋਂ ਖਤਮ ਹੋ ਗਈ? ਅੰਮ੍ਰਿਤਸਰ ਦੇ ਵਿੱਚੋਂ ਮਾਝੇ ਤੋਂ ਰਿਸ਼ਵਤ ਖਤਮ ਹੋ ਗਈ? ਆਹ ਰੇਤਾ ਚੱਲਦੀ ਸਾਡੇ ਆ ਗੱਗੋਮਲ ਮੇਰਾ ਪਿੰਡ ਆ, ਉੱਥੇ ਤੇ ਰੇਤਾ ਧੜਾ ਧੜ ਚੱਲਣ ਦੀ। ਉੱਦਾਂ ਹੀ ਲੋਕਾਂ ਦੀ ਲੁੱਟ ਖਸੁੱਟ ਹੋਣ ਦੀ। ਇਹ ਸਾਰੇ ਕੰਮ ਬੰਦ ਹੋ ਗਏ ਆ। ਕੀ ਇੱਥੋਂ ਰਿਸ਼ਵਤ ਲੈਣੀ ਲੋਕ ਇੱਥੋਂ ਮਨਾ ਕਰਤੀ ਕਿਸੇ ਨੇ? ਇਸ ਕਰਕੇ ਕਿਸੇ ਨੂੰ ਵੀ ਆਪਾਂ ਫੋਟੋਆਂ ਖਿਚਾ ਕੇ ਬਾਹਰ ਕਰਾ ਕੇ ਵੀ ਮੈਂ ਲੋਕਾਂ ਦੇ ਕੰਮ ਕਰਕੇ ਵਿਖਾਓ, ਫਿਰ ਲੋਕ ਆਪੇ ਮੰਨਣ ਡੈ ਪੈਂਦੇ ਨੇ। ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ। ਪਰ ਤੁਸੀਂ ਗੱਲ ਕੀਤੀ ਰੇਤਾ ਦੀ, ਮੈਂ ਦੱਸਣਾ ਚਾਹਾਂਗਾ ਕਿ ਚੰਨੀ ਸਰਕਾਰ ਦਾ ਤੁਸੀਂ ਬਿਆਨ ਸੁਣਿਆ, 5.5 ਰੁਪਏ ਰੇਟ ਕਰਤਾ ਉਹਨਾਂ ਨੇ ਹੁਣ। ਚਲੋ ਹੁਣ ਸਾਡੇ ਪੌਣੇ 5 ਸਾਲ ਲੁੱਟ ਕੇ ਲੋਕਾਂ ਨੂੰ ਡੰਡੇ ਦੇ ਜ਼ੋਰ ਨਾਲ ਖਾ ਲਿਆ ਹੈ ਨਾ। ਹੁਣ ਜਾਂਦੇ ਆ ਮਹੀਨਾ ਤੇ ਇੱਕ ਰਹਿ ਗਿਆ। ਇਹ ਤੇ ਲਾਉਂਦੇ ਰੇਤ ਹੋਣੀ ਕਿਹਦੀ ਚਾਹੀਦੀ ਹੈ? ਰੇਤ ਤੇ ਕਿਸਾਨ ਦੀ ਹੋਣੀ ਚਾਹੀਦੀ ਜਿਹਦੀ ਪੈਲੀ ਚੋਂ ਨਿਕਲਦੀ।
ਜਿਹੜਾ ਪੈਲੀ 'ਚ ਪਟਾਉਣ ਵਾਲਾ ਕਿਸਾਨ ਆ ਉਹਨੂੰ ਸਿਰਫ 400 ਰੁਪਇਆ ਮਿਲੇ, ਜਿਹੜਾ ਉੱਥੇ ਠੇਕੇਦਾਰ ਗੁੰਡਾ ਟੈਕਸ ਲਾਵੇ ਉਹਨੂੰ 10,000 ਰੁਪਇਆ ਟਰਾਲੀ ਲਵੇ। ਆ ਕਿੰਨੀ ਲੁੱਟ ਖਸੁੱਟ ਹੁੰਦੀ। ਕਿੱਥੇ ਗਏ ਇਹ ਉਦੋਂ ਦੇ ਚੀਫ ਮਿਨਿਸਟਰ? ਕਿੱਥੇ ਕਿਉਂ ਨਹੀਂ ਇਨਕੁਆਇਰੀ ਕਰਾਈ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹਨੇ ਕਿਹਨੂੰ ਠੇਕੇ ਦਿੱਤੇ, ਕਿਹਨੂੰ ਰਹਿਤ ਪਹੁੰਚਾਈ, ਕਿਹੜੇ MLA ਨੂੰ ਪੈਸੇ ਗਏ? ਇਸ ਕਰਕੇ ਕਹਿਣਾ ਚਾਹੁੰਦੇ ਆ ਇਹਨਾਂ ਦੀ ਨੀਤੀ ਇੱਕੋ ਹੀ ਆ, ਸਿਰਫ ਇਹ ਡਰਾਮੇ ਖੇਡ ਰਹੇ ਨੇ ਹੁਣ ਵੀ ਆਓ ਇਹ ਸੱਤਾ 'ਚ ਆ ਜਾਈਏ, ਕਰੋ ਰਾਜ ਤੁਸੀਂ ਕਰਨਾ, ਨਾ ਤੇ ਕਿਸਾਨਾਂ ਜਥੇਬੰਦੀਆਂ ਨੇ ਕਰਨਾ। ਪਰ ਕਹਿਣਾ ਚਾਹੁੰਦੇ ਆ ਵੀ ਰਾਜ ਉਹ ਕਰੋ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਉਹ ਕਰੋ ਵੀ ਜਿਹੜੇ ਲੋਕ ਤੁਹਾਨੂੰ ਯਾਦ ਰੱਖਣੇ, ਲੋਕ ਗਾਲਾਂ ਨਾ ਕੱਢਣ। ਜਿੱਥੇ ਤੁਸੀਂ ਆਉਣਾ ਹੋਵੇ ਉੱਥੇ ਇੰਨੀ ਤਗੜੀ ਤੁਸੀਂ ਸਿਕਿਉਰਿਟੀ ਲਵਾਓ। ਰਾਜ ਉਹ ਕਰਨਾ ਚਾਹੀਦਾ ਵੀ ਜਿਹੜਾ ਲੋਕ ਤੁਸੀਂ ਇਕੱਲੇ ਫਿਰਦੇ ਰਹੋ, ਲੋਕ ਤੁਹਾਨੂੰ ਕਹਿਣ ਵੀ ਸਾਡੇ ਲੀਡਰ ਨੇ, ਜਿਹੜਾ ਮਤਲਬ ਸ਼ਹੀਦ ਭਗਤ ਸਿੰਘ ਨੇ ਭਾਰਤ ਆਖਿਆ ਨਾ, ਜਿਹੜੀ ਵੀ ਬੰਦੇ ਤੋਂ ਬੰਦੇ ਦੀ ਲੁੱਟ ਖਤਮ ਕਰਾਉਣੀ ਆ, ਉਹ ਰਾਜ ਹੋਣਾ ਚਾਹੀਦਾ। ਇਹ ਰਾਜ ਨਹੀਂ ਹੋਣਾ ਚਾਹੀਦਾ ਵੀ ਡਾਂਗ ਦੇ ਜ਼ੋਰ ਨਾਲ ਕਾਨੂੰਨ ਲਾਗੂ ਕਰਾਉਣੇ। ਪਰ ਰਾਜਾ ਵੜਿੰਗ ਦੁਆਰਾ ਤਾਂ ਜਿਹੜਾ ਬੜੀਆਂ ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਦੁਆਰਾ ਬਾਉਂਡ ਕੀਤੀਆਂ ਗਈਆਂ ਨੇ, ਔਰ ਉਹਨਾਂ ਦੁਆਰਾ ਕਿਹਾ ਜਾ ਰਿਹਾ ਕਿ ਮੈਂ ਕਿੰਨੇ 100 ਕਰੋੜ ਰੁਪਈਆ ਜਿਹੜਾ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਪਾ ਦਿੱਤਾ ਪਿਛਲੇ ਕੁਝ ਸਮੇਂ ਦੇ ਵਿੱਚ। ਅਜੇ ਵੀ ਮੇਰੇ ਹਿਸਾਬ ਨਾਲ ਬੱਸਾਂ ਜਿਹੜੀਆਂ ਬਿਨਾਂ ਪਰਮਿਟ ਤੋਂ ਚੱਲਣ ਦੀਆਂ ਹੋਣਗੀਆਂ। ਜੇ ਕੋਈ ਮੰਤਰੀ MLA ਵਧੀਆ ਕੰਮ ਕਰਦਾ ਤੇ ਵਧੀਆ ਗੱਲ ਹੈ, ਕਰਨਾ ਉਹਨਾਂ ਦੀ ਡਿਊਟੀ ਬਣਦੀ ਹੈ। ਮੈਂ ਪਹਿਲਾਂ ਹੀ ਦੱਸਿਆ ਵੀ ਉਹਨੇ ਕੋਈ ਅਲੋਕਾਰ ਕੰਮ ਨਹੀਂ ਕੀਤਾ, ਉਹਨਾਂ ਨੂੰ ਤਨਖਾਹ ਮਿਲਦੀ ਆ, ਸਾਰਾ ਕੁਝ ਸਹੂਲਤਾਂ ਮਿਲਦੀਆਂ, ਸਿਰਫ ਕੰਮ ਕਰਨ ਦੀਆਂ। ਤੇ ਜੇ ਆਪਾਂ ਕੰਮ ਹੀ ਨਹੀਂ ਕਰਨਾ ਤੇ ਆਪਾਂ ਤਨਖਾਹ ਕਾਹਦੀ ਲੈਣ ਡੀ? ਅੱਗੇ ਉੱਦਾਂ ਤਨਖਾਹ ਲੈਣ ਡੇ, ਸਿਰਫ ਜਦੋਂ ਪੇਪਰ ਲਾਗੇ ਆ ਜਾਣ ਤੇ ਬੱਚਾ ਜ਼ਿਆਦਾ ਪੜ੍ਹਨ ਦੀ ਤਿਆਰੀ ਕਰ ਜਾਂਦਾ ਵਾ। ਇਸ ਕਰਕੇ ਇਹ ਹੁਣ ਇਹਨਾਂ ਦੇ ਪੇਪਰ ਇਲੈਕਸ਼ਨ ਬਿਲਕੁਲ ਲਾਗੇ ਆ ਗਏ ਨੇ, ਹੁਣ ਇਹਨਾਂ ਨੇ ਇਹੋ ਜਿਹੇ ਡਰਾਮੇ ਜਿਹੜੇ ਖੇਡਣੇ ਆ। ਕੀ ਲੱਗਦਾ ਤੁਹਾਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ ਵੀ ਜਿਹੜਾ ਦਾਅਵਾ ਕੀਤਾ ਜਾਂਦਾ ਹੈ ਕਿ ਅਸੀਂ ਜਿਹੜਾ ਕਿਸਾਨਾਂ ਦੇ ਨਾਲ ਆ, ਕੀ ਲੱਗਦਾ 2022 ਦੀ ਇਲੈਕਸ਼ਨ ਨੂੰ ਤੁਸੀਂ ਕਿਸ ਹਿਸਾਬ ਨਾਲ ਵੇਖਦੇ ਹੋ? ਕਿ ਕਿਉਂਕਿ ਸਾਰਾ ਦਾ ਧਿਆਨ ਜਿਹੜਾ ਹੈਗਾ ਕਿਸਾਨੀ ਅੰਦੋਲਨ ਦੇ ਉੱਤੇ ਹੈਗਾ ਕਿ ਜੇਕਰ ਕਿਸਾਨੀ ਅੰਦੋਲਨ ਖਤਮ ਹੁੰਦਾ ਆ ਤਾਂ ਹੀ ਕਿਤੇ ਨਾ ਕਿਤੇ ਜਿਹੜਾ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਹੈ ਉਹ ਵੇਖਣ ਨੂੰ ਮਿਲ ਸਕਦਾ, ਕਿਉਂਕਿ ਹਾਲੇ ਤਾਂ ਕਿਸਾਨੀ ਅੰਦੋਲਨ ਚੱਲ ਰਿਹਾ ਆ। ਕੀ ਮੈਂ ਇਹ ਸਮਝਣਾ ਚਾਹੁੰਦਾ ਤੁਹਾਨੂੰ ਕਿ ਵਿਧਾਨ ਸਭਾ ਚੋਣਾਂ ਦੇ ਉੱਤੇ ਕੀ ਇਫੈਕਟ ਪਏਗਾ? ਵੇਖੋ ਜੀ, ਹਜੇ ਤੇ ਸਾਡਾ ਉਧਰ ਨਿਸ਼ਾਨਾ, ਮਤਲਬ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ, ਜਿਹੜਾ ਕਿਸਾਨ ਹੈ ਅੰਨਦਾਤਾ ਉਹ ਲੜਾਈ ਆਪਣੀ ਜਾਰੀ ਰੱਖੂਗਾ। ਸਾਡਾ ਇਤਿਹਾਸ ਵੀ ਪੰਜਾਬ ਦਾ ਬੋਲਦਾ ਵੀ ਜਿਹੜਾ ਵੀ ਅਸੀਂ ਸੰਘਰਸ਼ ਲੜੇ, ਭਾਵੇਂ ਲੰਬੇ ਜ਼ਰੂਰ ਹੋ ਗਏ ਪਰ ਆਪਾਂ ਜਿੱਤ ਪ੍ਰਾਪਤ ਕਰਕੇ ਆਏ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ, ਮੈਂ ਤੁਹਾਨੂੰ ਅੱਗੇ ਕਹਿ ਚੁੱਕਾ ਵੀ ਜਦੋਂ ਇਹਨਾਂ ਨੂੰ ਅਸੀਂ ਬਾਦਲ ਪਿੰਡ ਆਣ ਕੇ ਡੱਕਿਆ, ਇਹਨਾਂ ਨੂੰ ਅੰਦਰ ਇਹਨਾਂ ਦੇ ਘਰਾਂ 'ਚ ਡੱਕਿਆ ਤੇ ਫਿਰ ਇਹਨਾਂ ਕਾਨੂੰਨਾਂ ਦੀ ਮਤਲਬ ਵਿਰੋਧਤਾ ਕਰਨ ਦੇ, ਪਹਿਲਾਂ ਹੱਕ 'ਚ ਭੁਗਤ ਕੇ ਆਏ ਨੇ ਤੇ ਇਹਨਾਂ ਕਿਸਾਨਾਂ ਨਾਲ ਰਹਿਣਾ। ਇਹਨਾਂ ਸਾਡੇ ਇੱਥੇ ਸ਼ਹੀਦ ਤਖਤੂਪੁਰਾ ਸ਼ਹੀਦ ਕਰਤਾ ਹੈ ਪਿੰਡੀਆਂ ਇਹਨਾਂ ਦੇ ਗੁੰਡਿਆਂ ਨੇ, ਤੇ ਇਹਨਾਂ ਨੇ ਕਿਸਾਨੀ ਲੀਡਰਾਂ ਦੀ ਹੱਤਿਆ ਵੀ ਕਰਵਾਈ ਆ। ਇਹੋ ਜਿਹੇ ਬੰਦਿਆਂ ਨੇ ਕਿਸਾਨਾਂ ਤੇ ਦਰਦ ਕਰਨਾ ਹੁੰਦਾ, ਜਿਨ੍ਹਾਂ ਨੇ ਇੱਕ ਰੱਬ ਵਰਗੇ ਬੰਦੇ ਦੀ ਹੱਤਿਆ ਕਰਵਾਤੀ। ਇਹ ਜਿਹੜੇ ਸਿਰਫ ਡਰਾਮੇ ਖੇਡਣ ਸੱਤਾ 'ਚ ਆਉਣ ਵੀ ਕਿਸੇ ਵੀ ਤਰ੍ਹਾਂ ਆਪਾਂ ਸੱਤਾ 'ਚ ਆ ਜਾਈਏ, ਸੱਤਾ ਦੀ ਚਾਬੀ ਮਿਲ ਜਾਏ ਸਾਨੂੰ ਕਿਸੇ ਤਰ੍ਹਾਂ, ਭਾਵੇਂ ਉਹ 'ਚ ਜਿੰਨਾ ਮਰਜ਼ੀ ਝੂਠ ਮਾਰਨਾ ਪਿਆ, ਜਿੰਨਾ ਮਰਜ਼ੀ ਵਾਅਦਾ ਕਰਨਾ ਪਿਆ। ਜੇ ਗੁੜਕਾ ਸਾਹਿਬ ਵੀ ਤੁਸੀਂ ਵੇਖੋ, ਸਾਡਾ ਪਵਿੱਤਰ ਗ੍ਰੰਥ ਹੈ ਗੁੜਕਾ ਸਾਹਿਬ, ਕੈਪਟਨ ਨੇ ਉਹ ਫੜ ਕੇ ਝੂਠ ਮਾਰ ਕੇ, ਤੇ ਇਹਨਾਂ ਤੇ ਕੌਣ ਯਕੀਨ ਕਰੂਗਾ? ਤੁਸੀਂ ਦੱਸੋ। ਤੁਹਾਡੇ ਕਿਸਾਨ ਨੇਤਾ ਨੇ, ਚੜੂਨੀ ਹਰਾਂ ਨੇ ਕਿਹਾ ਹੈ ਕਿ ਇਲੈਕਸ਼ਨ ਲੜਾਂਗੇ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ, ਔਰ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦੁਆਰਾ ਆਪਣਾ ਉਮੀਦਵਾਰ ਵੀ ਜਿਹੜਾ ਉਤਾਰ ਦਿੱਤਾ ਗਿਆ ਆ। ਕੀ ਲੱਗਦਾ ਤੁਹਾਨੂੰ ਕਿ ਜੇਕਰ ਕਿਸਾਨ ਜਥੇਬੰਦੀਆਂ ਆਪਣੇ ਜੋ ਉਮੀਦਵਾਰ ਨੇ ਸਾਰੇ ਹਲਕਿਆਂ ਦੇ ਵਿੱਚ ਉਤਾਰਦੇ ਆ ਤਾਂ ਪੰਜਾਬ ਦੇ ਜੋ ਲੋਕ ਨੇ ਕਿਵੇਂ ਦਾ ਉਹਨਾਂ ਦਾ ਰਿਸਪੌਂਸ ਰਹੇਗਾ? ਵੇਖੋ ਜੀ, ਚੱਲਦੇ ਘੋਲ ਦੇ ਵਿੱਚ ਸਰਕਾਰ ਤੇ ਸਾਨੂੰ ਕਹਿੰਦੀ ਵੀ ਇਹ ਰਾਜਨੀਤਿਕ ਬੰਦਿਆਂ ਦੇ ਹੱਥਾਂ 'ਤੇ ਚੜ੍ਹ ਕੇ ਘੋਲ ਕਾਂਡੇ, ਇਹਨਾਂ ਨੇ ਰਾਜਨੀਤਿਕ ਬੰਦੇ, ਇਹਨਾਂ ਨੇ ਇਲੈਕਸ਼ਨਾਂ ਲੜਨੀਆਂ। ਤੇ ਜੇ ਫਿਰ ਆਪਾਂ ਰਲਦੀ ਮਿਲਦੀ ਸਰਕਾਰ ਨਾਲ ਗੱਲ ਕਰੀਏ ਵੀ ਆਪਾਂ ਇਲੈਕਸ਼ਨ ਲੜਾਂਗੇ, ਸਾਡਾ ਕੋਈ ਮਕਸਦ ਨਹੀਂ। ਬੀਕੇ ਜੋ ਅਗਰਾਹਾਂ ਜਥੇਬੰਦੀ ਤੁਹਾਨੂੰ ਪਤਾ ਸਭ ਤੋਂ ਤਗੜੀ ਪੰਜਾਬ ਦੀ ਜਥੇਬੰਦੀ, ਅੱਗੇ ਅਸੀਂ ਕਦੀ ਨਹੀਂ ਇਲੈਕਸ਼ਨ ਲੜੀ, ਨਾ ਗਾਂਹ ਲੜਾਂਗੇ। ਸਿਰਫ ਸਾਡਾ ਜਿਹੜਾ ਇਹ ਆ ਵੀ ਘੋਲ ਦਾ, ਲੋਕਾਂ ਨੂੰ ਜਗਾਉਣ ਦਾ। ਜਦੋਂ ਆਪਾਂ ਹਜੇ ਸਿਰਫ 1.5% 2% ਲੋਕ ਜਗਾਉਣ 'ਚ ਕਾਮਯਾਬ ਹੋਏ ਆ, ਸਾਡਾ ਮੰਨਣਾ ਜਿੱਦਣ ਅਸੀਂ 10% ਲੋਕ ਪੰਜਾਬ ਦੇ ਵਿੱਚ ਜਗਾ ਤੇ 30 ਲੱਖ ਬੰਦਾ ਪੰਜਾਬ ਦੇ ਵਿੱਚ ਇਹ ਖੜਾ ਹੋ ਗਿਆ ਵੀ ਦੱਸੋ ਆਹ ਮਾੜਾ ਕੰਮ ਹੋਣ ਕਿਉਂ ਡਿਆ, ਆਹ ਕਿਉਂ ਹੋਣ ਡਿਆ। ਤੇ ਕੋਈ ਵੀ ਸਰਕਾਰ ਹੈ ਜਿਹੜੀ ਲੋਕਾਂ ਦੇ ਖਿਲਾਫ ਨਹੀਂ ਬਿੱਲ ਬਣਾ ਸਕਦੀ। ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਡਿਆ। ਉਹਦੀ ਸੱਤਾ, ਉਹ ਤੇ ਮੇਰਾ ਤੇ ਜਾਂ ਤੁਹਾਡਾ ਸੁਧਰ ਸਕਦਾ ਸਿਰਫ ਜੇ ਸੱਤਾ ਆਵੇ। ਤੇ ਅੱਜ ਜਨਤਾ ਦਾ ਜਿਹੜਾ ਇਹੋ ਹੀ ਹਾਰ ਹੈ ਨਾ, ਜਿੰਨੀ ਰਿਸ਼ਵਤ ਥੱਲੇ ਤੱਕ ਹੋ ਗਈ ਆ, ਜਿੰਨਾ ਚਿਰ ਲੋਕ ਲਹਿਰਾਂ ਨਾ ਬਣ ਗਈਆਂ, ਲੋਕ ਨਾ ਇੱਥੇ ਜਾਗਣ ਕੇ ਹਰ ਅਧਿਕਾਰੀ ਨੂੰ ਨਾ ਪੁੱਛਣਗੇ ਵੀ ਆ ਤੂੰ ਕਿਉਂ ਮਾੜਾ ਕੀਤਾ, ਜੇ ਲੋਕ ਨਾ ਇਕੱਠੇ ਹੋਣੇ ਚਾਲੂ ਹੋ ਜਾਣਗੇ ਉਹਨਾਂ ਚਿਰ ਇਹ ਸਿਸਟਮ ਨਹੀਂ ਸਹੀ ਹੋ ਸਕਦਾ। ਹਜੇ ਸਾਡਾ ਦਿੱਲੀ ਘੋਲ ਚੱਲਦਾ ਪਿਆ, ਜਦੋਂ ਘੋਲ ਅਸੀਂ ਜਿੱਤ ਕੇ ਵੀ ਆ ਗਏ, ਅਸੀਂ ਤਾਂ ਵੀ ਨਹੀਂ ਇਲੈਕਸ਼ਨ ਲੜਨੀ। 1 ਸਾਲ ਹੋਣ ਜਾ ਰਿਹਾ, 26 ਨਵੰਬਰ ਨੂੰ ਕੀ ਪ੍ਰੋਗਰਾਮ ਨੇ ਤੁਹਾਡੇ? ਜਿਹੜਾ 26 ਨੂੰ ਉੱਥੇ ਸੱਦਿਆ ਗਿਆ ਵੀ ਉੱਥੇ ਦਿੱਲੀ ਦੇ ਬਾਰਡਰਾਂ 'ਤੇ ਪਹੁੰਚੋ। 29 ਤਰੀਕ ਨੂੰ 500 ਦੇ ਜਥੇ ਜਿਹੜੇ ਆ ਉਹ ਜਿਹੜੇ ਅਸੀਂ ਗਾਂਹ ਭੇਜਾਂਗੇ ਪਾਰਲੀਮੈਂਟ, ਜਿੰਨਾ ਚਿਰ ਸੈਸ਼ਨ ਚੱਲਦਾ। ਸੰਯੁਕਤ ਮੋਰਚੇ ਦਾ ਫੈਸਲਾ ਹੋਇਆ ਉੱਥੋਂ ਦਿੱਲੀ ਤੋਂ, ਉਹਨਾਂ ਦੇ ਹੋਰ ਡਿਟੇਲ ਨਾਲ ਜਿਹੜੇ ਤੁਸੀਂ ਉਹਨਾਂ ਦੇ ਜਾਂ ਬਿਆਨ ਸੁਣ ਸਕਦੇ, ਉਹਨਾਂ ਨੂੰ ਪੁੱਛ ਸਕਦੇ, ਜਾਂ ਇਹਨਾਂ ਦੇ ਆਈ ਕਾਰਡ ਪਾਏ ਜਾਣਗੇ। ਜਿਹੜਾ ਵੀ ਮਤਲਬ ਇਹ ਘੋਲ ਨੂੰ ਕੋਈ
ਇਹ ਜਿਹੜੀ ਆ ਰਿਹਾ ਬੀਜੇਪੀ ਸਰਕਾਰ ਹੈ, ਇਹ ਵਿਗਾੜ ਨਾ ਸਕੇ। ਬੀਜੇਪੀ ਦਾ ਤੁਹਾਨੂੰ ਪਤਾ ਵਾ ਵੀ ਉਹਨੇ ਹਰ ਥਾਂ ਦੰਗੇ ਕਰਾਏ, ਜਦੋਂ ਇਲੈਕਸ਼ਨ ਆਈ ਆ ਉਹਨੇ ਦੰਗੇ ਕਰਾਏ, ਲੋਕ ਮਰਵਾਏ ਆ, ਤੇ ਲੋਕਾਂ ਸੇ ਮੁੜ ਕੇ ਉਹਨਾਂ ਚੀਜ਼ ਨੂੰ ਜਿੱਤੀ ਆ। ਇਹ ਅੱਗੇ ਹੀ ਜੋ 26 ਜਨ ਪਿੱਛੇ ਹੋ ਗਿਆ, ਉਹਦੀ ਆਪਾਂ ਮਤਲਬ ਵੀ ਪੂਰਾ ਰੱਖਾਂਗੇ ਧਿਆਨ। ਆਪਾਂ ਆਈ ਕਾਰਡ ਪੂਰਾ ਡੰਟੀ ਕਰਾਂਗੇ ਵੀ ਇਹ ਬੰਦੇ ਸਾਡੇ ਆ। ਜਿਹੜੀਆਂ ਜਥੇਬੰਦੀਆਂ ਜਾਣਗੇ ਉਹਨਾਂ ਦੀਆਂ ਲਿਸਟਾਂ ਬਣ ਗਈਆਂ ਪੂਰੇ ਪ੍ਰੋਪਰ ਤਰ੍ਹਾਂ। ਜਿੰਨਾ ਜੇ ਪਾਰਲੀਮੈਂਟ ਸੈਸ਼ਨ ਚੱਲਦਾ ਉਹਦੇ ਬਾਹਰ ਆਪਾਂ ਆਪਣਾ ਸੈਸ਼ਨ ਚਲਾਵਾਂਗੇ, ਜਿਹੜਾ ਅੱਗੇ ਕੀਤਾ ਸੀ ਉੱਦਾਂ ਹੀ ਸੇਮ ਟੂ। ਜਿਹੜੀ ਬਹੁਤੀ ਡਿਟੇਲ ਨਾਲ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਕੀ ਲੱਗਦਾ ਤੁਹਾਨੂੰ ਕਿ 1 ਸਾਲ ਹੋਣ ਜਾ ਰਿਹਾ, ਕਿੰਨਾ ਕੁ ਲੰਬਾ ਸਮਾਂ ਤੁਹਾਡਾ ਹੋਰ ਸੰਘਰਸ਼ ਚੱਲ ਸਕਦਾ ਹੈ? ਜਿੰਨਾ ਚਿਰ ਮਰਜ਼ੀ ਚੱਲ ਜੇ ਜੀ। 2000 ਜਿੱਦਣ ਆਪਾਂ ਇੱਥੋਂ ਤੁਰੇ ਹਾਂ ਹੈ ਨਾ, ਮੈਨੂੰ ਹੋਰ ਕਿਸੇ ਜਥੇਬੰਦੀ ਨੇ, ਸਾਡੀ ਜਥੇਬੰਦੀ ਦੀ ਤਿਆਰੀ ਵੀ 24 ਤੱਕ ਵੀ ਸੰਘਰਸ਼ ਕਰਨਾ ਪਿਆ, ਤੇ 24 ਤੱਕ ਵੀ ਕਰਾਂਗੇ। ਪ੍ਰੋਪਰ ਤੌਰ 'ਤੇ ਇੱਥੋਂ ਤੁਰੇ ਹਾਂ। ਤੁਸੀਂ ਮੀਡੀਆ ਨੇ ਵੀ ਵੇਖਿਆ, ਉਦੋਂ ਕਿਹਾ ਵੀ 6 ਮਹੀਨਿਆਂ ਦਾ ਰਾਸ਼ਨ ਲੈ ਲਿਆ, 6 ਮਹੀਨੇ ਲੜ ਕੇ ਰਾਸ਼ਨ ਫੇਰ ਉੱਥੇ ਜਾਵਾਂਗੇ। ਕਿਸਾਨ ਦੀ ਰੋਟੀ ਦੀ ਗੱਲ ਆ, ਕਿਸਾਨ ਦੀ ਹੋਣ ਦੀ ਗੱਲ ਆ। ਇਹ ਬਿੱਲ ਜਿਹੜੇ ਰੱਦ ਕਰਨੇ ਹੀ ਪੈਣੇ ਸਰਕਾਰ ਨੂੰ। ਅੱਜ ਕਰਦੇ ਭਲਕੇ ਕਰਦੇ, ਜਿਹੜੀ ਹਕੂਮਤ ਆ, ਜਿਹੜੀ ਮੋਦੀ ਸਰਕਾਰ ਆ, ਕੰਧ 'ਤੇ ਲਿਖਿਆ ਪੜ੍ਹਦਾ। ਜਿੰਨਾ ਲੰਬਾ ਸੰਘਰਸ਼ ਚੱਲੂਗਾ ਨਾ, ਇਹਦੀਆਂ ਜੜ੍ਹਾਂ ਪੁੱਟ ਕੇ ਰੱਖ ਦਾਂਗੇ। ਆੜੀ UPA ਸਰਕਾਰ ਆ, ਕਾਂਗਰਸ ਸੈਂਟਰ ਦੇ ਵਿੱਚ ਲੱਭਣ ਦੀ, ਕਿਤੇ ਇਹਨਾਂ ਦਾ ਨਿਸ਼ਾਨ ਲੱਭਣ ਡਿਆ, ਇੱਦਾਂ ਹੀ BJP ਤੁਰੀ ਫਿਰੂਗੀ। NDA ਸਰਕਾਰ ਰੋਲ ਕੇ ਰੱਖ ਦਾਂਗੇ। ਕਿਉਂ? ਮਸਲਾ ਜਿਹੜਾ ਰੋਟੀ ਦਾ, ਜਿਹੜਾ ਕਿਸਾਨ ਅੰਨਦਾਤਾ ਜਿਹਨੇ ਸਾਰੇ ਭਾਰਤ ਦਾ ਕਈ ਢਿੱਡ ਭਰਦਾ, ਤੇ ਉਹਦੇ ਉੱਤੇ ਇਹੋ ਜਿਹੇ ਕਾਨੂੰਨ ਜਿਹੜੇ ਕਈ ਵਾਰ ਲਾਠੀ ਚਾਰਜ ਕੀਤਾ ਗਿਆ, ਗੋਲੀਆਂ ਚਲਵਾਈਆਂ ਗਈਆਂ, ਪਾਣੀ ਦੀਆਂ ਬਛਾੜਾਂ ਮਾਰਦੇ ਜੋ। ਸ਼ਰਮ ਆਉਣੀ ਚਾਹੀਦੀ ਇਹੋ ਜਿਹੀਆਂ ਸਰਕਾਰਾਂ ਨੂੰ, ਜਿਹੜੀਆਂ ਅੰਨਦਾਤੇ ਦੇ, ਜਿਹਨੂੰ ਭਗਵਾਨ ਦਾ ਰੂਪ ਦਾ, ਤੇ ਉਹਦੇ ਤੇ ਇੰਨਾ ਕਹਿਰ ਢਾਉਂਦੇ ਜੋ। ਕੀ ਲੱਗਦਾ ਤੁਹਾਨੂੰ ਕਿ ਜਿਵੇਂ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਪੱਛਮ ਬੰਗਾਲ ਦੇ ਵਿੱਚ, ਹੁਣ ਕੁਝ ਦਿਨ ਪਹਿਲਾਂ ਜਿਹੜੀ ਹਰਿਆਣਾ ਤੇ ਹਿਮਾਚਲ ਦੇ ਵਿੱਚ ਇਲੈਕਸ਼ਨ ਹੋਈ ਆ, ਉੱਥੇ ਵੀ ਭਾਜਪਾ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ। ਕੀ ਲੱਗਦਾ ਤੁਹਾਨੂੰ ਕਿ ਵਿਧਾਨ ਸਭਾ ਇਲੈਕਸ਼ਨ ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ, ਮੋਦੀ ਸਰਕਾਰ ਇਹ ਕਾਨੂੰਨ ਦਾ ਹੱਲ ਕਰੇਗੀ, ਜਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਪਿਛਲੇ ਦਿਨੀ ਵੀ ਇਹ ਗੱਲਾਂ ਸੁਣੀਆਂ ਨੇ ਕਿ ਕਿਤੇ ਨਾ ਕਿਤੇ ਐਮਰਜੈਂਸੀ ਵੀ ਜਿਹੜੀ ਆ ਉਹ ਲਗਾ ਸਕਦੀ ਆ ਜੋ ਕੇਂਦਰ ਦੀ ਸਰਕਾਰ ਹੈ? ਵੇਖੋ ਜੀ, ਪੰਜਾਬ ਨਾਲ ਨੇ ਅੱਗੇ ਬੜੀ ਵਾਰ ਪੰਜਾਬ ਨੂੰ ਇਹਨੇ ਕੁਚਲਣ ਦੀ ਕੋਸ਼ਿਸ਼ ਕੀਤੀ। ਐਮਰਜੈਂਸੀ ਹੁਣ ਕਿੱਥੇ ਕਿੱਥੇ ਲਵਾਊਗੀ? ਪੰਜਾਬ ਦੇ ਨਾਲ ਹਰਿਆਣਾ, ਹਰਿਆਣੇ ਦੇ ਨਾਲ ਯੂਪੀ ਦੇ ਨਾਲ ਹੋਰ ਸਟੇਟਾਂ, ਕਿੰਨੀਆਂ ਸਟੇਟਾਂ ਕਿਸਾਨਾਂ ਦੀਆਂ ਜਿਹੜੀਆਂ ਉੱਠ ਖੜੀਆਂ ਹੋਈਆਂ ਹੁਣ ਨਾਲ। ਹੁਣ ਕਿੱਥੇ ਕਿੱਥੇ ਐਮਰਜੈਂਸੀ ਲਵਾਊਗੀ? ਐਮਰਜੈਂਸੀ ਲਾ ਸਕਦੀ ਹੈ ਜੇ ਪੰਜਾਬ 'ਚ ਸੰਘਰਸ਼ ਚੱਲਦਾ ਆ। ਇਸੇ ਕਰਕੇ ਲੀਡਰਾਂ ਦੀ ਸੂਝ-ਬੂਝ ਨਾਲ ਜਿਹੜਾ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਖੜਿਆ ਗਿਆ। ਇਸ ਨਾਲ ਜਿੰਨਾ ਵੀ ਤੁਸੀਂ ਆਪੇ ਹੀ ਦੱਸਿਆ, ਜਿੰਨਾ ਲੰਬਾ ਸੰਘਰਸ਼ ਚੱਲ ਗਿਆ, ਅੱਗੇ ਇਹਨੂੰ ਮੂੰਹ ਦੀ ਖਾਣੀ ਪਈ। ਜਿਮਨੀਆਂ ਚੋਣਾਂ 'ਚ ਹਾਰ ਗਏ। ਕਦੀ ਇਹ ਵੇਖਿਆ ਵੀ ਜਿਹਦੀ ਸਰਕਾਰ ਹੋਵੇ ਹਾਰਦੀ? ਬਹੁਤ ਘੱਟ ਹਾਰਦੇ ਵੇਖੇ। ਤੇ ਸਰਕਾਰ ਹਾਰ ਗਈ ਨੇ, ਜਿਹੜਾ ਆਡੀ ਚੋਟੀ ਦਾ ਜ਼ੋਰ ਲਾਤਾ, ਪੈਸੇ ਦਾ, ਏਜੰਸੀਆਂ ਝੋਕਤੀਆਂ, ਪੂਰੀ ਪਾਵਰ ਉੱਥੇ ਇਸਤੇਮਾਲ ਕੀਤੀ, ਪਰ ਲੋਕਾਂ ਕਿਸਾਨਾਂ ਦੇ ਨਾਲ ਖੜੇ ਆ। ਆਉਣ ਵਾਲਾ ਜਿਹੜੇ 22 ਦੇ ਵਿੱਚ ਚੋਣਾਂ, ਇਹਦਾ ਮਾਂਜਾ ਫੇਰ ਕੇ ਰੱਖ ਦਾਂਗੇ। ਇਹਨੂੰ ਕਹਿਣਾ ਚਾਹੁੰਦੇ ਆ, ਕਾਨੂੰਨ ਰੱਦ ਕਰਕੇ ਕਿਸਾਨਾਂ ਤੋਂ ਮਾਫੀ ਮੰਗਣੀ ਪਊਗੀ। ਜੋ ਇਹਨੇ ਐਡੇ ਵੱਡੀਆਂ ਪੱਧਰ 'ਤੇ ਸਾਡੀਆਂ ਸ਼ਹੀਦੀਆਂ ਕਰਵਾਈਆਂ, ਲਾਠੀਚਾਰਜ ਕਰਾਏ ਆ, ਹੋਰ ਜਿਹੜੇ ਇਹਨੇ ਅਤਿਆਚਾਰ ਕੀਤੇ ਕਿਸਾਨਾਂ 'ਤੇ, ਇਹਨੂੰ ਮਾਫੀ ਮੰਗਣੀ ਪਊਗੀ। ਜੇ ਇਹਨੇ ਆਪਣੀ ਹੋਂਦ ਜਾਰੀ ਰੱਖਣੀ ਆ ਤੇ ਉਸੇ ਫੌਰਨ ਤੌਰ 'ਤੇ ਕਾਨੂੰਨ ਰੱਦ ਕਰ। ਜਿੰਨਾ ਚਿਰ ਮਰਜ਼ੀ ਵੀ ਸੰਘਰਸ਼, 24 ਤੱਕ ਸਰਕਾਰ ਹੈ, 24 ਤੱਕ ਸੰਘਰਸ਼ ਕਰਨ ਨੂੰ ਤਿਆਰ ਆ। ਤੇ ਫਿਰ ਇਹ ਸਰਕਾਰ ਕਿੱਥੇ ਭੱਜ ਲਊਗੀ? ਜਦੋਂ ਲੋਕ ਖੜੇ ਹੁੰਦੇ ਨੇ ਤੇ ਸਰਕਾਰਾਂ ਦਲੀਆਂ ਮਿਲੀਆਂ ਜਾਂਦੀਆਂ ਹੁੰਦੀਆਂ। ਕੀ ਲੱਗਦਾ ਤੁਹਾਨੂੰ ਕਿ ਜੇਕਰ ਮੋਦੀ ਸਰਕਾਰ ਇਹ ਜਿਹੜੇ ਕਾਨੂੰਨ ਆ ਰੱਦ ਕਰ ਦਿੰਦੀ ਆ, ਤੇ ਜੋ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੇ ਹੱਕ ਦੇ ਵਿੱਚ ਪੁੱਜ ਸਕਦੀਆਂ? ਵੇਖੋ ਜੀ, ਸਾਡੀ ਮੁੱਦਿਆਂ ਨਾਲ ਲੜਾਈ ਹੈ, ਕੋਈ ਪਰਸਨਲ ਲੜਾਈ ਕਿਸੇ ਕਿਸਾਨ ਜਥੇਬੰਦੀ ਦੀ ਕਿਸੇ ਸਰਕਾਰ ਨਾਲ ਨਹੀਂ। ਸਾਡੀ ਮੁੱਦੇ 'ਤੇ ਲੜਾਈ ਹੈ। ਜਿੱਦਾਂ ਆ ਨਰਮੇ ਦਾ ਮੁੱਦਾ ਵਾ ਚੱਲਣ ਡਿਆ ਸਾਡਾ ਪੰਜਾਬ ਦੇ ਵਿੱਚ, ਅਸੀਂ ਇਹਨਾਂ ਦਾ ਬਾਈਕਾਟ ਦਾ ਕੀਤਾ ਵੀ ਇਹਨਾਂ ਦਾ ਬਾਈਕਾਟ ਕਰੋ, ਇਹਨਾਂ ਦਾ ਵਿਰੋਧ ਕਰੋ ਵੀ ਨਰਮੇ ਦਾ ਕਿਉਂ ਨਹੀਂ ਤੁਸੀਂ ਮਾਜਵਾ ਦੇਣ ਦੇ। ਇਸ ਤਰ੍ਹਾਂ ਭਾਜਪਾ ਸਰਕਾਰ ਦਾ ਬਿੱਲਾਂ 'ਤੇ ਆ, ਕਰਦੇ ਵਿਰੋਧ ਇਹਨਾਂ ਤੋਂ ਅਸੀਂ। ਪਰ ਇਹ ਸਰਕਾਰਾਂ ਨੇ ਨੀਤੀਆਂ ਤੇ ਇਹੋ ਜਿਹੀਆਂ ਬਣਾਉਣੀਆਂ ਨਾ। ਸਰਕਾਰਾਂ ਦੇ ਹਮੇਸ਼ਾ ਜਿਹੜੇ ਲੋਕ ਆ ਉਹ ਵਿਰੋਧ 'ਚ ਹੀ ਜਾਂਦੇ ਹੁੰਦੇ ਆ। ਇਹਨਾਂ ਦੇ ਹੱਕ 'ਚ ਥੋੜ੍ਹਾ ਹੱਕ 'ਚ ਇਹ ਸਰਕਾਰਾਂ ਨੇ, ਉਹਨਾਂ ਦੇ ਅੰਬਾਨੀ ਡਾਣੀਆਂ ਦੇ ਹੱਕ 'ਚ, ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਇਹ ਸਰਕਾਰਾਂ ਬੋਲਦੀਆਂ। ਲੋਕਾਂ ਦੇ ਹੱਕ 'ਚ ਬੋਲਣ ਤੇ 70 ਸਾਲ ਤੋਂ ਹੋ ਗਿਆ ਤੁਹਾਨੂੰ ਚੰਗੀ ਤਰ੍ਹਾਂ। ਸਰਕਾਰਾਂ ਵੀ ਗਰੀਬ ਹੋ ਗਈਆਂ, ਸਰਕਾਰੀ ਅਦਾਰੇ ਵੀ ਵਿਕ ਗਏ, ਏਅਰਪੋਰਟ ਵਿਕ ਗਏ, LIC ਵਿਕ ਗਈ, ਬੈਂਕ ਕਰਜ਼ਾਈ ਹੋ ਗਏ, ਆਪਣੇ ਸਾਰੇ ਅਦਾਰੇ ਵਿਕ ਚੁੱਕੇ ਨੇ। ਤੇ ਜਿਹੜਾ ਆਮ ਲੋਕ ਆ, ਮਿਡਲ ਕਲਾਸ, ਉਹ ਵੀ ਕਰਜ਼ਾਈ ਹੋ ਗਿਆ। ਉਹ ਵੀ ਵੇਖੋ, ਉਹ ਵੀ ਕਿੱਥੇ ਚਲ ਗਿਆ। ਤੇ ਮਾਲ ਜਿਹੜਾ ਲੁੱਟਦਾ ਗਿਆ ਕਿਥੇ? ਮੰਤਰੀਆਂ ਸੰਤਰੀਆਂ ਵਾਲੇ। ਇਹਨਾਂ ਦੀ ਪੈਲੀ ਹੁੰਦੀ ਸੀ ਕਿਸੇ ਦੀ 4 ਕਿੱਲੇ, ਕਿਸੇ ਦੀ 3 ਕਿੱਲੇ, ਅੱਜ 4000 ਕਿੱਲਾ, ਕਿਸੇ ਦੀ 400 ਕਿੱਲਾ, ਕਿਸੇ ਦੀ 3000 ਕਿੱਲਾ। ਕਿੱਥੋਂ ਆਈ ਇਹਨਾਂ ਦੀ? ਤੁਹਾਡੇ ਵੀ ਬਜ਼ੁਰਗਾਂ ਨੇ, ਮੇਰੇ ਵੀ ਬਜ਼ੁਰਗਾਂ ਨੇ ਵਾਹੀ ਕੀਤੀ, ਮਤਲਬ ਹੱਡ ਤੋੜ ਕੇ ਮਿਹਨਤਾਂ ਕੀਤੀਆਂ, ਉਹਦੇ ਵਿਚਾਰੇ ਠਾਂ ਚਲ ਗਏ ਆ। ਇਹਨਾਂ ਨੂੰ ਕਿਹੜੀ ਜੜੀ ਬੂਟੀਆਂ ਉੱਗਦੀਆਂ ਇਹਨਾਂ ਦੀ ਪੈਲੀਆਂ 'ਚ ਵੀ ਤਾਂ ਚਲ ਗਏ ਨੇ? ਲੁੱਟ ਦਾ ਮਾਲ ਇਹਨਾਂ ਨੇ। ਹਜੇ ਇਹ ਜਿਹੜਾ ਸੰਘਰਸ਼
ਇਹ ਜਿੱਤਣ ਤੋਂ ਬਾਅਦ ਸਾਡੀ ਲੜਾਈ ਇੱਥੇ ਨਾ ਤੇ ਲਾਸਟ ਸੰਘਰਸ਼ ਹੈ ਤੇ ਨਾ ਕੋਈ ਪਹਿਲਾ, ਅੱਗੇ ਵੀ ਸੰਘਰਸ਼ ਚੱਲਦੇ ਰਹੇ। ਇਹ ਤੋਂ ਬਾਅਦ ਜਿਹੜਾ ਲੁੱਟ ਦਾ ਮਾਲ ਆ ਇਹ ਵੀ ਬਰਾਮਦ ਕਰਾਵਾਂਗੇ। ਜਿਹੜੇ ਸਰਕਾਰਾਂ ਨੇ ਇੰਨੇ ਤਗੜੇ ਨਾਲ ਮੰਤਰੀਆਂ ਸੰਤਰੀਆਂ ਨੇ ਆਪਣੇ ਡਾਂਗ ਦੇ ਜ਼ੋਰ ਨਾਲ ਇੰਨੀਆਂ ਪ੍ਰਾਪਰਟੀਆਂ ਬਣਾਈਆਂ, ਇਹਨਾਂ ਦੇ ਵੀ ਖੁਲਾਸੇ ਕਰਾਂਗੇ। ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਲੋਕ ਜਦੋਂ ਖੜੇ ਹੁੰਦੇ ਆ, ਲੋਕ ਲਹਿਰਾਂ ਬਣਦੀਆਂ ਨੇ, ਸਰਕਾਰਾਂ ਹਿੱਲ ਜਾਂਦੀਆਂ। ਜੇਕਰ ਪੰਜਾਬ ਦੀ ਆਵਾਮ ਜਿਹੜੀ ਉਹ ਕਹੇਗੀ ਕਿ ਪੰਜਾਬ ਦੇ ਜਿਹੜੇ ਸਿਆਸੀ ਲੀਡਰ ਹੈਗੇ ਨੇ ਉਹਨਾਂ ਨੂੰ ਹਰਾਉਣ ਦੇ ਲਈ ਕਿਸਾਨ ਜਥੇਬੰਦੀਆਂ ਮੈਦਾਨ 'ਚ ਹੋਣ, ਕੀ ਤੁਹਾਡੀ ਸੋਚ ਕੀ ਹੈਗੀ ਇਹਨੂੰ ਲੈ ਕੇ? ਚੰਗੇ ਬੰਦੇ ਚੁਣਨ, ਚੰਗੇ ਬੰਦੇ ਬਹੁਤ ਮਤਲਬ ਪੰਜਾਬ ਦੇ ਭਾਰਤ ਦੇ ਵਿੱਚ ਬਹੁਤ ਹੀ ਚੰਗੇ ਬੰਦੇ ਚੰਗੇ ਨੂੰ ਜਿਤਾਉਣਾ ਚਾਹੀਦਾ, ਬੰਦਾ ਚੰਗਾ ਆਉਣਾ ਚਾਹੀਦਾ। ਪਰ ਬੰਦੇ ਉਸ ਨੂੰ ਵੀ ਵੇਖਣਾ ਚਾਹੀਦਾ ਵੀ ਜੇ ਮੈਨੂੰ ਲੋਕ ਜਿਤਾਉਣ ਦੇ, ਅੱਜ ਦਾ ਆਮ ਆਦਮੀ ਪਾਰਟੀ ਆਈ, ਤੁਸੀਂ ਵੇਖਿਆ ਹੀ ਆ, ਸਾਰਿਆਂ ਨੇ ਕਹਿੰਦੇ ਸੀ ਆਮ ਲੋਕਾਂ ਦੀ ਪਾਰਟੀ ਆ, ਤੇ ਆ ਵੇਖਿਆ ਹੀ ਆ, ਇਹ ਵੀ ਨੀਤੀ ਨਾਲ ਜੁੜੀ ਹੋਈ ਪਾਰਟੀ। ਇਹ ਵੀ ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗ ਕੇ ਕੰਮ ਕਰਦੀ। ਕਿੰਨਾ ਕੁ ਮਤਲਬ ਇਹਨੇ ਸਹਿਯੋਗ ਜਿਹੜਾ ਖੇਤੀਬਾੜੀ ਬਿੱਲਾਂ ਦੇ ਵਿੱਚ ਕਰਤਾ, ਕਿੰਨੇ ਕੁ ਉੱਥੇ ਜਾ ਕੇ ਪਾਰਲੀਮੈਂਟ ਕੇ ਲਏ। ਬਸ ਇਹ ਮੁੱਦਾ ਵਹਿੰਦੇ ਆ, ਜਿਹੜਾ ਮੁੱਦਾ ਲੋਕਾਂ ਦੇ ਵਿੱਚ ਹੋਵੇ ਉਹਨੂੰ ਚੁੱਕਦੇ ਨੇ ਵੀ ਜਿਹੜੇ ਲੋਕ ਸਾਨੂੰ ਪਸੰਦ ਕਰਦੇ, ਸਾਨੂੰ ਵੋਟਾਂ ਪਾਉਣ। ਸਿਰਫ ਇਹਨਾਂ ਦੀ ਨੀਤੀ ਆ। ਪਰ ਕੇਜਰੀਵਾਲ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਜਿੱਥੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਹੋਏ ਆ, ਹਰ ਇੱਕ ਤਰ੍ਹਾਂ ਦੀ ਸਹੂਲਤ ਉੱਥੇ ਮੁਹੱਈਆ ਕਰਵਾਈ ਗਈ ਹੈ। ਜਿਹੜਾ ਅੰਨਦਾਤਾ ਹੋਵੇ ਉਹਨੂੰ ਕੋਈ ਸਹੂਲਤ ਦੀ ਲੋੜ ਪੈਂਦੀ, ਜਿਹੜਾ ਆਪ ਆਪਣੀ ਪੈਲੀ 'ਚ ਅੰਨ ਬੀਜ ਕੇ ਤੇ ਸਾਰੇ ਭਾਰਤ ਦਾ ਢਿੱਡ ਭਰੇ, ਤੇ ਕੇਜਰੀਵਾਲ ਦੀ ਕੀ ਔਕਾਤ ਹੈ ਵੀ ਕਿਸਾਨਾਂ ਨੂੰ ਮਤਲਬ ਸਹੂਲਤਾਂ ਦੇਵੇ। ਲੋਕ ਬਹੁਤ ਬੈਠੇ ਸਾਡੇ, ਲੋਕਾਂ ਦਾ ਮਤਲਬ ਜਿਹੜਾ ਵਾ, ਲੋਕਾਂ ਦਾ ਪਿਆਰ ਬਹੁਤ ਆ ਕਿਸਾਨਾਂ ਦੇ ਵਿੱਚ। ਜਿਹੜੇ ਲੋਕ ਆ ਕਿਸਾਨਾਂ ਦੀ ਮਦਦ ਕਰਦੇ, ਉੱਥੇ ਕੋਈ ਸਹੂਲਤ ਨਹੀਂ, ਸਿਰਫ ਬਿਆਨ ਹੁੰਦੇ ਨੇ ਸਿਆਸੀ ਰੋਟੀਆਂ ਸੇਕਣ ਨੂੰ, ਹੋਰ ਇਹਨਾਂ ਦੇ ਕੁਝ ਵੀ ਨਹੀਂ ਹੈਗਾ। ਹੁਣ ਇਹਨਾਂ ਕੇਜਰੀਵਾਲ ਨੇ ਮਨਾ ਕਿਉਂ ਨਹੀਂ ਕਰਤਾ ਵੀ ਹਜੇ ਸੰਘਰਸ਼ ਚੱਲਦਾ ਪਿਆ, ਆਣ ਕੇ ਇੱਥੇ ਰੈਲੀਆਂ ਕਰਦੇ ਫਿਰਦੇ, ਇੱਥੇ ਲੋਕਾਂ ਨੂੰ ਮਤਲਬ ਧਿਆਨ ਡਿਵਾਈਡ ਕਰਾਉਣ ਡੇ ਆ। ਇੱਕ ਬੰਨੇ ਸਾਡਾ ਸੰਘਰਸ਼ ਚੱਲਣ ਡਿਆ ਤੇ ਇੱਕ ਬੰਨੇ ਇੱਧਰ ਆਪਣੀ ਸੱਤਾ ਕਰਕੇ ਹੀ ਆ ਵੀ ਬਾਈ ਦਿਖਣ ਡੀ ਇਹਨਾਂ ਨੂੰ। ਜੇ ਬਾਈ ਨਾ ਹੁੰਦੀ ਤੇ ਇਹਨਾਂ ਨੇ ਨਿਕਲਣਾ ਹੀ ਨਹੀਂ ਆਪਣੀ ਖੁੱਡ 'ਚੋਂ। ਲਾਸਟ ਸਵਾਲ ਆ, ਤੁਸੀਂ ਗੱਲ ਕਰਦੇ ਹੋ ਕਿ ਜਿਹੜਾ ਇਹ ਕਾਨੂੰਨ ਆਉਣਗੇ ਇਹਦੇ ਨਾਲ ਪੰਜਾਬ ਦੇ ਜਿੰਨੇ ਲੋਕ ਨੇ ਜਾਂ ਹਿੰਦੁਸਤਾਨ ਦੀ ਜਿੰਨੀ ਪਬਲਿਕ ਆ ਉਹਨੂੰ ਜਿਹੜਾ ਆ ਨੁਕਸਾਨ ਹੋਵੇਗਾ। ਪਰ ਜਦ ਇਲੈਕਸ਼ਨ ਦੇ ਦਿਨ ਹੁੰਦੇ ਆ, ਚਾਹੇ ਕਾਂਗਰਸ ਦੀ ਰੈਲੀ ਹੋਵੇ, ਚਾਹੇ ਅਕਾਲੀ ਦਲ ਦੀ ਹੋਵੇ, ਚਾਹੇ ਆਮ ਆਦਮੀ ਪਾਰਟੀ ਦੀ ਹੋਵੇ, ਤਾਂ ਉੱਥੇ ਤਾਂ ਪੂਰੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ। ਤੁਹਾਨੂੰ ਉਹੀ ਸਵਾਲ ਕੀਤਾ ਨਾ ਵੀ ਹਜੇ 1.5-2% ਲੋਕ ਜਿਹੜੇ ਪੰਜਾਬ ਦੇ ਵਿੱਚ ਜਾਗੇ ਆ। ਤੁਸੀਂ ਆਖਿਆ ਵੀ ਇਲੈਕਸ਼ਨ ਕਿਉਂ ਨਹੀਂ ਲੜਦੇ, ਉਹ ਤੁਹਾਡਾ ਸਵਾਲ ਹੀ ਆ ਗਿਆ। ਜਦੋਂ ਲੋਕ ਜਿਹੜੇ 10% ਜਾਗ ਜਾਣਗੇ, ਇਹਨਾਂ ਦਾ ਬਾਈਕਾਟ ਸ਼ੁਰੂ ਕਰ ਦੇਣਗੇ, ਤੇ ਲੋਕੀ ਚੰਗੇ ਬੰਦੇ ਲੈਣ ਆਉਣਗੇ, ਤੇ ਆਪੇ ਲੋਕ ਰਾਜ ਆ ਗਿਆ ਉਦੋਂ। ਤੇ ਇਹੋ ਹੀ ਸਵਾਲ ਆ ਵੀ ਜਦੋਂ ਲੋਕ ਉੱਠ ਖੜਦੇ ਨਾ, ਲੋਕਾਂ ਨੂੰ ਜਗਾਉਣ ਦੀ ਗੱਲ ਆ ਵੀ ਇਹਨਾਂ ਨਾਲ ਭਾਈ, ਇਹਨਾਂ ਨਾਲ ਨਹੀਂ ਜਾਣਾ। ਜਿਹੜੇ ਲੋਕ ਆ ਤੁਹਾਨੂੰ ਹੀ ਲੁੱਟਦੇ ਕੁੱਟਦੇ ਆ, ਤੇ ਤੁਹਾਡੇ ਤੋਂ ਹੀ ਇਹ ਸਾਰਾ ਕੁਝ ਕਰਦੇ ਆ। ਇਸ ਕਰਕੇ ਇਹਨਾਂ ਵੱਲੋਂ ਹਟਣ ਦੀ, ਜਦੋਂ ਲੋਕ ਇਹਨਾਂ ਨੂੰ ਬਾਈਕਾਟ ਕਰਦਾ, ਫਿਰ ਆਪੇ ਚੰਗੇ ਬੰਦੇ ਆ ਕੇ ਸਿਸਟਮ ਆਪੇ ਸਹੀ ਹੋਣ ਦਾ ਆਪਣਾ। ਤੇ ਅਸੀਂ ਇਸੇ ਫਾਰਮੂਲੇ ਤੇ ਕੰਮ ਕਰਦੇ ਹਾਂ ਵੀ ਜਿੱਦਣ ਆਪਾਂ 10% ਲੋਕ ਪੰਜਾਬ ਦੇ ਵਿੱਚੋਂ ਜਗਾ ਲਏ, ਪਰ ਕਿਸੇ ਨੂੰ ਸਰਕਾਰ ਜਿਹਦੀ ਮਰਜ਼ੀ ਸਰਕਾਰ ਹੋਗੀ, ਪਰ ਜਿਹੜੇ ਲੋਕਾਂ ਦੀ ਮੰਨੀ ਜਾਊਗੀ, ਜੋ ਲੋਕ ਫੈਸਲਾ ਕਰਨਗੇ। ਸੋ ਇਹ ਸਨ ਸਾਡੇ ਨਾਲ ਪਲਵਿੰਦਰ ਸਿੰਘ ਮਾਹਲ, ਕਿਸਾਨ ਨੇਤਾ, ਜਿਨ੍ਹਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਜਾਂ ਦੇਸ਼ ਦੇ ਜੋ 10% ਲੋਕ ਵੀ ਜਾਗ ਜਾਣ ਤਾਂ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਬਦਲਾਅ ਆ ਸਕਦਾ ਹੈ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਪੰਜਾਬ ਸਟਾਰ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅਜਨਾਲਾ ਤੋਂ ਪ੍ਰਦੀਪ ਅਰੋੜਾ।